ਜਸਟ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਰੇਤ ਬਜਰੀ ਪੰਜਾਬ ਵਿੱਚ ਮਹਿੰਗੀ ਕਿਉਂ ਹੈ? ਪੰਜਾਬ ਵਿੱਚ ਮਾਈਨਿੰਗ ਮਾਫੀਆ ਕਿਉਂ ਹੈ? ਪੰਜਾਬ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਿਉਂ ਹੁੰਦੀ ਹੈ? ਇਹ ਸਵਾਲ ਰੇਤ ਬਜਰੀ ਨਾਲ ਜੁੜੇ ਹੋਏ ਹੈ। ਪਰ ਇਹਨਾਂ ਸਵਾਲਾਂ ਦੇ ਵਿਚਾਲੇ ਆਮ ਆਦਮੀ ਬਹੁਤ ਸਾਰਾ ਜੁੜਿਆ ਹੋਇਆ ਕਿ ਆਮ ਆਦਮੀ ਦੇ ਅਸ਼ਿਆਨੇ ਦੇ ਸੁਪਨੇ ਹੈ ਉਹ ਪੂਰੇ ਹੋਣਗੇ ਤਾਂ ਕਿਵੇਂ ਹੋਣਗੇ। ਇਹ ਸਾਰੀਆਂ ਸਰਕਾਰਾਂ ਤੇ ਸਵਾਲ ਰਹੇ ਆ। ਜਦੋਂ ਆਮ ਆਦਮੀ ਪਾਰਟੀ ਸਰਕਾਰ ਨੇ ਸੱਤਾ ਸੰਭਾਲੀ ਤਾਂ ਇਸ ਸਰਕਾਰ ਨੇ ਦਾਅਵਾ ਕੀਤਾ ਕਿ ਅਸੀਂ ਖਨਨ ਮਾਫੀਆ ਜਿਹੜਾ ਨਜਾਇਜ਼ ਜਿਹੜਾ ਰੇਤ ਕੱਢਦਾ ਹੈਗਾ ਉਹਨੂੰ ਅਸੀਂ ਕਾਬੂ ਕਰਾਂਗੇ। ਤੇ ਹੁਣ ਸਰਕਾਰੀ ਵਿਕਰੀ ਕੇਂਦਰ ਖੋਲ੍ਹਿਆ, ਪਹਿਲਾ ਸਰਕਾਰੀ ਵਿਕਰੀ ਕੇਂਦਰ ਖੋਲ੍ਹਿਆ ਤੇ ਖੋਲ੍ਹਦਿਆਂ ਸਾਰੀ ਦਾਅਵਾ ਕੀਤਾ ਕਿ ਅਸੀਂ ਰੇਤ ਮਾਫੀਆ ਤੇ ਕਾਬੂ ਪਾ ਦੇਵਾਂਗੇ। ਤੇ ਅਸੀਂ ਇੱਕੋ ਸਵਾਲ ਪੁੱਛਾਂਗੇ ਕਿ ਸਰਕਾਰੀ ਰੇਟ ਨਾਲ ਮਾਫੀਆ ਹੋਵੇਗਾ ਕੰਟਰੋਲ? ਪਹਿਲਾਂ ਸੁਣ ਲਈਏ ਕੈਬਨਿਟ ਮੰਤਰੀ ਨੇ ਕਿਹਾ ਕੀ ਹੈ ਕਿ ਰੇਤ ਕੀ ਭਾਅ ਮਿਲੇਗੀ ਤੇ ਜੇ ਕੋਈ ਨਜਾਇਜ਼ ਰੇਤ ਕੱਢਦਾ ਪਾਇਆ ਗਿਆ ਤੇ ਜੁਰਮਾਨਾ ਕਿੰਨਾ ਹੋਵੇਗਾ। 28 ਰੁਪਏ ਦੇ ਉੱਤੇ ਤੁਸੀਂ ਇੱਥੋਂ ਜਿਹੜਾ ਹੈ ਸਾਡੇ ਤੋਂ ਮਾਲ ਲੈ ਕੇ ਜਾ ਸਕਦੇ ਹੋ। ਤੇ ਜਿਵੇਂ ਜੇ ਖੱਡ ਚੱਲਦੀ ਹੈ ਉੱਥੇ 9 ਰੁਪਏ, ਕ੍ਰਸ਼ਰ ਤੋਂ ਲੈਣਾ 20 ਰੁਪਏ, ਤੇ ਅਗਰ ਤੁਸੀਂ ਬਿਲਕੁਲ ਆਪਣੇ ਸ਼ਹਿਰ 'ਚ ਲੈਣਾ, ਆਪਣੇ ਘਰ ਦੇ ਕੋਲ ਲੈਣਾ ਤਾਂ ਸਾਰੀਆਂ ਕਾਸਟਾਂ ਪਾ ਕੇ ਕਿ ਲੋਡਿੰਗ, ਅਨਲੋਡਿੰਗ, ਟਰਾਂਸਪੋਰਟੇਸ਼ਨ ਚਾਰजेस ਪਾ ਕੇ ਤੁਸੀਂ 28 ਰੁਪਏ ਲੈ ਸਕਦੇ ਹੋ। FIR ਨਹੀਂ ਹੋਣਗੇ, ਹੁਣ ਜੁਰਮਾਨਾ ਹੋਊਗਾ। ਅਗਰ ਕੋਈ ਰਾਤ ਨੂੰ ਕਿਤੋਂ ਵੀ ਇਲੀਗਲ ਮਾਈਨਿੰਗ ਕਰਕੇ ਸੜਕ ਤੇ ਆ ਗਿਆ ਤੇ ਅਸੀਂ ਜੇ ਚੈਕਿੰਗ 'ਚ ਫੜਿਆ ਗਿਆ ਤਾਂ 2 ਲੱਖ ਰੁਪਇਆ 2 ਲੱਖ ਰੁਪਇਆ ਉਸ ਟਿੱਪਰ ਤੇ ਜੁਰਮਾਨਾ ਹੋਊਗਾ। ਜਦੋਂ ਤੱਕ 2 ਲੱਖ ਰੁਪਇਆ ਨਹੀਂ ਜਮ੍ਹਾਂ ਕਰਾਉਂਦਾ ਟਿੱਪਰ ਅਸੀਂ ਨਹੀਂ ਛੱਡਾਂਗੇ। ਉਸ ਮਾਲਕ ਜੁਰਮਾਨਾ ਵੀ ਬਹੁਤ ਮੋਟਾ ਲਗਾ ਰਹੀ ਹੈ ਸਰਕਾਰ। ਤੇ ਵੱਡਾ ਸਵਾਲ ਅਸੀਂ ਪੁੱਛ ਰਹੇ ਹਾਂ ਕਿ ਰੇਤ ਬਜਰੀ ਦੇ ਸਰਕਾਰੀ ਵਿਕਰੀ ਕੇਂਦਰ ਨਾਲ ਆਮ ਆਦਮੀ ਦੀ ਲੁੱਟ ਮੁੱਕੇਗੀ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਆਉਣ ਤੁਹਾਡਾ ਤਰਫ ਕਰਾਉਣੇ ਆ ਤੇ ਉਸ ਤੋਂ ਬਾਅਦ ਡਿਬੇਟ ਓਪਨ ਹੋ ਜਾਵੇਗੀ। ਅਹਿਬਾਬ ਸਿੰਘ ਗਰੇਵਾਲ ਆਮ ਆਦਮੀ ਪਾਰਟੀ ਸਪੋਕਸਪਰਸਨ ਹੈ। ਅਹਿਬਾਬ ਸਿੰਘ ਗਰੇਵਾਲ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ। ਵਕੀਲ ਵੀ ਨੇ ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਅਰਸ਼ਪ੍ਰੀਤ ਸਿੰਘ ਕਲੇਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਨਾਲ ਵਕੀਲ ਵੀ ਨੇ ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਕਬਾਲ ਸਿੰਘ ਚੰਨੀ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ। ਚੰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਰ। ਅਹਿਬਾਬ ਸਿੰਘ ਗਰੇਵਾਲ मैं एक चीज़ जानना चाहना सीगा जे तुम स्पष्ट शब्दों में जवाब दे सकते हो तो इस वक्त आम आदमी नूं रेता की भाव मिलता पे? इस वक्त आम आदमी नूं रेता महंगा मिलता पे केपी जी। मैं थोड़ी जी क्लैरिटी करनी चाहूंगा। दस सकते हो सर? नहीं, मैनू नहीं पता जी। 35-40 डिबेट आम आदमी सुनता पे जी। मैं आम आदमी की गल मैं ਉਹੀ ਸੁਣਾ ਰਿਹਾ। ਮੈਂ ਉਹੀ ਸੁਣਾ ਰਿਹਾ। ਮੈਂ ਥੋੜੀ ਜਿਹੀ ਕਲੈਰਿਟੀ ਕਰਨੀ ਚਾਹੂੰਗਾ ਕਿ ਪਹਿਲੀ ਗੱਲ ਇਸ ਵਕਤ ਜਿਹੜੀ ਪਾਲਿਸੀ ਚੱਲ ਰਹੀ ਹੈ ਉਹ ਪਾਲਿਸੀ ਕਾਂਗਰਸ ਸਰਕਾਰ ਦੀ ਗਠਿਤ ਪਾਲਿਸੀ ਹੈ ਜਿਹੜੀ ਕਿ ਮਾਰਚ 2023 ਚ ਖਤਮ ਹੋਏਗੀ। ਪਹਿਲੀ ਗੱਲ ਜਿਹੜੀ ਪਾਲਿਸੀ ਚੱਲ ਰਹੀ ਹੈ। ਦੂਜੀ ਗੱਲ ਰੇਤ ਦੀ ਪੰਜਾਬ ਦੀ ਜਿਹੜੀ ਡਿਮਾਂਡ ਸੀ 1 ਲੱਖ ਮੈਟ੍ਰਿਕ ਟਨ ਸੀ। ਅਸੀਂ ਜਾਂਦੇ ਆਏ ਸੀ 1.5 ਤੋਂ ਪੌਣੇ 2 ਲੱਖ ਮੈਟ੍ਰਿਕ ਟਨ ਤੱਕ ਉਹ ਜਿਹੜੀ ਸਪਲਾਈ ਹੈ ਉਹ ਲੈ ਆਉਂਦੀ ਸੀਗੀ। ਅਨਫੋਰਚੂਨੇਟਲੀ ਪੰਜਾਬ ਦੇ ਵਿੱਚ ਰੇਤ ਮਾਫੀਆ ਨਹੀਂ ਹੈ ਜੀ, ਟਿੱਪਰ ਮਾਫੀਆ ਹੈ। ਟਿੱਪਰ ਮਾਫੀਆ ਉਹ ਮਾਫੀਆ ਜਿਹੜਾ ਕਿ ਰੇਤੇ ਨੂੰ ਖੱਡ ਤੋਂ ਪਹੁੰਚਾਉਂਦਾ ਲੋਕਾਂ ਦੇ ਘਰ 'ਚ। ਉਹ ਆਪਣੀ ਰਾਇਲਟੀਜ਼ ਲੈਂਦੇ ਨੇ, ਆਪਣੇ ਗੁੰਡਾ ਟੈਕਸ ਲੈਂਦੇ ਨੇ। ਉਹ ਉੱਥੇ ਚੱਲ ਰਿਹਾ ਸੀਗਾ। ਸੈਕੰਡਲੀ ਅਸੀਂ ਜੋ ਇੱਕ ਚੀਜ਼ ਪਾਈ ਕਿ ਜਿੱਥੇ ਅਸੀਂ ਪਾਲਿਸੀ ਚੇਂਜ ਨਹੀਂ ਕਰ ਸਕਦੇ ਕਿਉਂਕਿ ਇੰਨੇ ਕੜੇ ਕਾਨੂੰਨ ਤੇ ਇੰਨੇ ਕੜੇ ਰੂਲਸ ਐਂਡ ਰੈਗੂਲੇਸ਼ਨਸ ਬਣਾ ਕੇ ਗਈ ਸੀ ਕਾਂਗਰਸ ਸਰਕਾਰ ਕਿ ਤੁਸੀਂ 8-9 ਮਹੀਨੇ 10 ਮਹੀਨੇ ਤੁਸੀਂ ਹਿਲਾ ਨਹੀਂ ਸਕਦੇ। ਵੀ ਫਾਊਂਡ ਅ ਵੇ ਅਰਾਊਂਡ ਇਟ। ਵੇ ਅਰਾਊਂਡ ਇਟ ਕੀ ਸੀਗਾ ਕਿ ਇੱਕ ਸੈਂਟਰਲ ਪੁਆਇੰਟਸ ਬਣਾ ਦਿਓ ਜਿੱਥੇ ਕਿ ਸਰਕਾਰ ਢੇਰੀ ਕਰੇਗੀ। ਸਰਕਾਰ ਢੇਰੀ ਕਰਕੇ 14 ਤੋਂ 15 ਰੁਪਏ ਸਕੁਅਰ ਫੁੱਟ ਦੇ ਹਿਸਾਬ ਨਾਲ ਜੋ ਵੀ ਇਹਨਾਂ ਨੇ ਕਿਹਾ ਉੱਥੇ ਦੇਗੀ। ਐਂਡ ਜਿਹੜੇ ਟਿੱਪਰਸ ਨੇ ਟਿੱਪਰਸ ਨੂੰ ਇੱਕ ਫਿਕਸਡ ਰੇਟ ਹੋਏਗਾ ਜਿੱਥੇ ਕੰਪੀਟੀਸ਼ਨ ਹੋਏਗਾ ਕੌਣ ਕਿਵੇਂ ਬਚਾ ਸਕਦਾ। ਹੁਣ ਅਸੀਂ 2 ਲੱਖ ਮੈਟ੍ਰਿਕ ਟਨ ਦੀ ਆਪੂਰਤੀ ਜਿਹੜੀ ਸਪਲਾਈ ਹੈ 2 ਲੱਖ ਮੈਟ੍ਰਿਕ ਟਨ ਦੀ ਆਪੂਰਤੀ ਕਰ ਰਹੇ ਹਾਂ। ਪਹਿਲਾ ਖੁੱਲਿਆ ਵਿਦਨ ਦ ਨੈਕਸਟ ਫਿਊ ਡੇਜ਼ 9 ਹੋਰ ਖੁੱਲ ਜਾਣਗੇ। ਮੇਰਾ ਸਿੰਪਲ ਜੀ ਗੱਲ ਇਹ ਹੈ ਕੇਪੀ ਜੀ ਕਿ ਆਮ ਬੰਦੇ ਨੂੰ ਬਹੁਤ ਦੇਰ ਲੁੱਟਿਆ ਗਿਆ, ਬਹੁਤ ਦੇਰ ਗੁੰਡੇ ਟੈਕਸ ਵਸੂਲੇ ਗਏ। ਨਾ ਤਾਂ ਰੇਤੇ ਦੀ ਘਾਟ ਸੀ ਪੰਜਾਬ ਨੂੰ, ਨਾ ਕਿਸੇ ਹੋਰ ਚੀਜ਼ ਦੀ ਘਾਟ ਸੀ। ਗੱਲ ਸੀ ਕਿ ਜਿਹੜੇ ਬੰਦੇ ਪਹੁੰਚਾ ਰਹੇ ਸੀ ਆਪਣੀ ਮਨਮਰਜ਼ੀ ਕਰ ਰਹੇ ਸੀਗੇ। ਅਸੀਂ ਉਹ ਮਨਮਰਜ਼ੀ ਨੂੰ ਰੋਕਣ ਲਈ ਸਾਨੂੰ ਸਮਾਂ ਜ਼ਰੂਰ ਲੱਗਿਆ, ਮੈਂ ਮੰਨਦਾ, ਬਟ ਹੁਣ ਅਸੀਂ ਇੱਕ ਮੈਥਡ ਲੱਭ ਲਿਆ। ਜਿੱਦਣ ਸਾਡੀ ਪਾਲਿਸੀ ਆਊਗੀ ਅਸੀਂ ਸੈਟੇਲਾਈਟ ਮੈਪਿੰਗ ਵੀ ਕਰਾ ਲਈ ਹੈ, ਆਨਲਾਈਨ ਆਰਡਰਿੰਗ ਵੀ ਹੋਏਗੀ, ਆਨਲਾਈਨ ਡਿਲੀਵਰੀ ਵੀ ਹੋਏਗੀ। ਬਟ ਅਸੀਂ ਇਸ ਮਾਫੀਆ ਨੂੰ ਠੱਲ ਪਾਉਣ ਲਈ ਕੀ ਕਰ ਰਹੇ ਹਾਂ 2 ਲੱਖ ਰੁਪਏ ਜੁਰਮਾਨਾ ਜਿਹੜਾ ਜੁਰਮਾਨਾ ਨਹੀਂ ਕਰੇਗਾ। ਸਰ ਮੈਂ ਤੁਹਾਡੀ ਪੂਰੀ ਗੱਲ ਸੁਣੂਗਾ, ਅੱਗੇ ਵੀ ਸੁਣੂਗਾ। ਗਰੇਵਾਲ ਸਾਹਿਬ ਤੁਸੀਂ ਮਜਬੂਰੀਆਂ ਬਹੁਤ ਗਨਾਉਂਦੇ ਹੋ। ਇੱਕ ਪਾਸੇ ਤੁਸੀਂ ਮਜਬੂਰੀਆਂ ਗਨਾਉਂਦੇ ਆ ਕਿ ਕਾਂਗਰਸ ਸਰਕਾਰ ਦੀ ਪਾਲਿਸੀ ਆ ਉਹਦੇ ਨਾਲ ਨਜਿੱਠਣਾ ਪੈ ਰਿਹਾ, ਸਾਨੂੰ ਮਾਰਚ ਤੱਕ ਉਹ ਚੱਲੂਗੀ। ਇੱਕ ਹਾਈ ਕੋਰਟ ਨੇ ਬੈਨ ਲਾਇਆ, ਉਹ ਮਜਬੂਰੀ ਤੁਸੀਂ ਗਨਾਉਂਦੇ ਹੋ। ਇਹ ਮਜਬੂਰੀਆਂ ਵਾਲੀ ਸਰਕਾਰ ਹੈ ਸਰ ਗਰੇਵਾਲ ਸਾਹਿਬ? ਨਹੀਂ, ਇਹ ਹੱਲ ਵਾਲੀ ਸਰਕਾਰ ਹੈ। ਇਹ ਸਰਕਾਰ ਗਈ ਮਾਨਯੋਗ ਸੁਪਰੀਮ ਕੋਰਟ ਕੋਲ। ਸੁਪਰੀਮ ਕੋਰਟ ਨੂੰ ਜਾ ਕੇ ਅਸੀਂ ਇੱਕ ਬੇਨਤੀ ਕੀਤੀ ਕਿ ਮਾਨਯੋਗ ਹਾਈ ਕੋਰਟ ਨੇ ਇੱਕ ਬੈਨ ਲਾਇਆ। ਹੁਣ ਅਸੀਂ ਇੱਕ ਬੇਨਤੀ ਕਰਦੇ ਹਾਂ ਕਿ ਇਹਨੂੰ ਖੋਲੋ ਪਰ ਇੱਕ ਕਲੌਜ਼ ਕੱਢ ਦਿਓ ਵਿੱਚੋਂ।
ਕਲੌਜ਼ ਇਹ ਕੱਢ ਦਿਓ ਕਿ ਸਰਕਾਰ ਸੈਂਟਰਲ ਪੁਆਇੰਟ ਤੋਂ ਵੇਚ ਸਕਦੀ ਹੈ। ਬੜੀ ਸ਼ਾਤਰ ਤਰੀਕੇ ਨਾਲ ਇਹ ਵੀ ਕੀਤਾ ਗਿਆ ਸੀਗਾ ਕਿ ਸਰਕਾਰ ਸੇਲ ਨਹੀਂ ਕਰ ਸਕਦੀ। ਜਿਵੇਂ ਹੀ ਸਾਨੂੰ ਪਰਮਿਸ਼ਨ ਮਿਲੀ ਕਿ ਅਸੀਂ ਸੇਲ ਕਰ ਸਕਦੇ ਹਾਂ ਫਰਮ ਸੈਂਟਰਲ ਪੁਆਇੰਟਸ, ਅਸੀਂ ਉਹ ਸੈਂਟਰਲ ਪੁਆਇੰਟ ਖੋਲਤੇ ਰੇਤੇ ਤੇ ਬਜਰੀ ਦੇ। ਤੇ ਜੇ ਸਾਡੀ ਜੁਡੀਸ਼ਰੀ ਸਾਡੀ ਮਦਦ ਕਰ ਰਹੀ ਹੈ, ਅਸੀਂ ਹੱਲ ਲੱਭ ਰਹੇ ਹਾਂ ਕੇਪੀ ਜੀ, ਐਂਡ ਉਹ ਹੱਲ ਇਹ ਹੈ ਕਿ ਸੈਂਟਰਲ ਪੁਆਇੰਟ ਤੋਂ ਮਿਲੇਗਾ ਤੇ ਮਾਫੀਆ ਤੇ ਠੱਲ ਲੱਗੇਗੀ। ਇਹ ਸਾਡਾ ਵਾਅਦਾ। ਚਲੋ ਮਿਸਟਰ ਖੜਿਆਲ, ਤੁਹਾਨੂੰ ਵੈਲਕਮ ਕਰਨਾ ਚਾਹੀਦਾ ਹੈ ਆਮ ਆਦਮੀ ਪਾਰਟੀ ਸਰਕਾਰ ਦੇ ਸਟੈਪ ਦਾ, ਕਿਉਂਕਿ ਉਹਨਾਂ ਨੇ ਆਮ ਆਦਮੀ ਨੂੰ ਰਾਹਤ ਪਹੁੰਚਾਉਣ ਲਈ ਤੇ ਮਾਫੀਆ ਨੂੰ ਕੰਟਰੋਲ ਕਰਨ ਲਈ ਕਦਮ ਪੁੱਟ ਲਿਆ। ਇਹ ਪਹਿਲਾ ਸੈਂਟਰ ਖੋਲਤਾ, 9 ਹੋਰ ਖੋਲਣ ਜਾ ਰਹੀ ਹੈ, ਅਹਿਬਾਬ ਸਿੰਘ ਗਰੇਵਾਲ ਕਹਿ ਰਹੇ ਆ। ਪਹਿਲਾਂ ਤਾਂ ਆਮ ਆਦਮੀ ਪਾਰਟੀ ਨੂੰ ਮੁਬਾਰਕਬਾਦ। ਕਦੇ ਕਦਾਈ ਹੁੰਦਾ ਹੈ ਵੀ ਝੂਠ ਦੀ ਜਗ੍ਹਾ ਸੱਚ ਸੁਣਨ ਨੂੰ ਮਿਲਦਾ ਹੈ। ਅੱਜ ਗਰੇਵਾਲ ਸਾਹਿਬ ਨੇ ਇੱਕ ਸੱਚ ਤਾਂ ਬੋਲਿਆ ਵੀ ਰੇਤੇ ਦਾ ਭਾਅ ਬਹੁਤ ਜ਼ਿਆਦਾ ਹੈ। ਜਦੋਂ ਤੁਸੀਂ ਪੁੱਛਿਆ ਕੇਪੀ ਜੀ ਵੀ ਰੇਟ ਕੀ ਹੈ, ਕਹਿੰਦੇ ਰੇਟ ਮੈਨੂੰ ਪਤਾ ਨਹੀਂ। ਸੌਰੀ ਸਟੇਟ ਆਫ ਅਫੇਅਰਸ ਆਮ ਆਦਮੀ ਪਾਰਟੀ ਸਰਕਾਰ ਦੇ ਕਿ ਇਹਨਾਂ ਨੂੰ ਰੇਟ ਪਤਾ ਨਹੀਂ ਤੇ ਪਾਲਿਸੀ ਬਦਲਣ ਚੱਲੇ ਆ, ਪੁਰਾਣੀ ਸਰਕਾਰਾਂ ਨਹੀਂ ਗੱਲਾਂ ਕਰਨ ਚੱਲੇ ਆ। ਦੂਜੀ ਗੱਲ ਇਹ ਹੈ ਕਿ ਦੇਖੋ ਬੈਂਸ ਸਾਹਿਬ ਦਾ ਕਹਿਣਾ ਹੈ ਕਿ ਇਲੀਗਲ ਮਾਈਨਿੰਗ ਬਹੁਤ ਹੱਦ ਤੱਕ ਰੁਕ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਕੁਝ ਲੀਡਰਸ ਕਹਿੰਦੇ ਖਤਮ ਹੀ ਹੋ ਚੁੱਕੀ ਹੈ। ਤੇ ਦੂਜੀ ਸਾਈਡ ਤੇ ਕਹਿੰਦੇ ਆ ਵੀ ਜੇ ਕੋਈ ਇਲੀਗਲ ਮਾਈਨਿੰਗ ਕਰੂਗਾ ਤੇ ਐਕਸਟ੍ਰੈਕਟ ਕਰਨ ਦੀ ਕੋਸ਼ਿਸ਼ ਕਰੂਗਾ ਤਾਂ ਉਹਤੇ 2 ਲੱਖ ਰੁਪਏ ਦਾ ਫਾਈਨ ਲਾਵਾਂਗੇ। ਵੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਬੰਦ ਹੋਗੀ, ਦੂਜੇ ਪਾਸੇ ਕਹਿ ਰਹੇ ਹੋ ਜੇ ਕੋਈ ਕਰੂਗਾ ਤੇ ਫਾਈਨ ਉਹਤੇ ਲਾਵਾਂਗੇ। ਇਹ ਕੰਟਰਾਡਿਕਸ਼ਨ ਸ਼ਰੇਆਮ ਦਿਖਦੀ ਹੈ। ਇਹ ਸਰਕਾਰ ਦਾ ਫੇਲਿਅਰ ਸ਼ਰੇਆਮ ਦਿਖਦਾ। ਦੂਜੀ ਗੱਲ, ਇਹ ਫਲॉप ਸ਼ੋ ਕਿਉਂ ਹੈ? ਹੁਣ ਸੈਂਟਰ ਖੋਲਤਾ ਮੋਹਾਲੀ ਦੇ ਵਿੱਚ। ਹੁਣ ਜਿਹੜੇ ਲੋਕ ਫਰੀਦਕੋਟ ਰਹਿੰਦੇ ਹੈ, ਕਿਸੇ ਨੂੰ ਕੰਸਟਰਕਸ਼ਨ ਮਟੀਰੀਅਲ ਚਾਹੀਦਾ ਹੈ, ਕੋਈ ਬਠਿੰਡੇ ਰਹਿੰਦਾ, ਕੋਈ ਮੁਕਤਸਰ ਰਹਿੰਦਾ ਹੈ, ਕਿਉਂ ਇੰਨੀ ਦੂਰੋਂ ਚੱਲ ਕੇ ਆਊਗਾ ਮੋਹਾਲੀ? ਉਹ ਤੋਂ ਬਾਅਦ ਮੋਹਾਲੀ ਉਹਦਾ ਤਰਕ ਦੇ ਰਹੀ ਨਾ ਸਰਕਾਰ। ਉਹ ਕਹਿੰਦੇ ਆ ਕਿ 9 ਸੈਂਟਰ ਆਉਣ ਵਾਲੇ ਸਮੇਂ ਵਿੱਚ ਹੋਰ ਖੋਲਣੇ ਆ। ਉਸ ਤੋਂ ਬਾਅਦ ਕਹਿੰਦੇ ਸਾਡਾ ਪਲਾਨ ਹੈ ਹਰ ਜ਼ਿਲ੍ਹੇ ਵਿੱਚ ਇੱਕ ਸੈਂਟਰ ਖੋਲਣਾ। ਬੋਲੋ ਖੜਿਆਲ ਸਾਹਿਬ। ਪ੍ਰੋਬਲਮ ਇਹੀ ਹੈ ਨਾ ਕਿ ਕਹਿ ਰਹੇ ਹੈ ਕਰਾਂਗੇ ਜੀ, ਹੋਊਗਾ ਜੀ, ਦੇਖਾਂਗੇ ਜੀ। 9 ਮਹੀਨੇ ਤਾਂ ਹੋ ਗਏ, ਹਜੇ ਤੱਕ ਤੁਹਾਡੇ ਤੋਂ 9 ਸੈਂਟਰ ਨਹੀਂ ਖੁੱਲੇ। ਅਦਰਵਾਈਜ਼ ਤੁਸੀਂ ਗੱਲਾਂ ਵੱਡੀਆਂ ਕਰਦੇ ਸੀ ਤੇ ਇੱਥੋਂ ਰਿਫਲੈਕਟ ਹੁੰਦਾ ਫੇਲਿਅਰ। ਇੱਥੋਂ ਪਤਾ ਲੱਗਦਾ ਹੈ ਕਿ ਇਹ ਸਿਰਫ ਲੋਲੀਪੌਪ ਬਣਨਾ ਜਾਣਦੇ ਆ। ਸੋ ਦੇਅਰਫੋਰ ਕੇਪੀ ਜੀ ਇਹ ਫਲॉप ਸ਼ੋ ਤਾਂ ਹੈ ਕਿਉਂਕਿ ਹਜੇ ਤੱਕ ਪਰਮਿਸ਼ਨਸ ਵੀ ਨਹੀਂ ਲਈਆਂ ਗਈਆਂ। ਜਿੱਥੇ ਸੈਂਟਰ ਖੋਲਨੇ ਆ ਨਾ ਉਹਦੀਆਂ ਪਰਮਿਸ਼ਨਸ ਵੀ ਨਹੀਂ ਹਜੇ ਤੱਕ ਲਈਆਂ ਗਈਆਂ। ਅਜੇ ਬਣੂਗਾ, ਪਰਮਿਸ਼ਨ ਲੈਣਗੇ, ਕਲੀਅਰੈਂਸ ਮਿਲੂਗੀ। ਅੱਛਾ, ਉਹ ਤੋਂ ਬਾਅਦ ਹਾਈ ਕੋਰਟ ਨੇ ਫਟਕਾਰ ਲਈ। ਅੱਜ ਹੀ ਤਾਜ਼ਾ ਆਮ ਆਦਮੀ ਪਾਰਟੀ ਨੂੰ ਫਟਕਾਰ ਲੱਗੀ ਵੀ ਤੁਸੀਂ ਕੰਪਲਾਇੰਸ ਹੀ ਨਹੀਂ ਕਰ ਰਹੇ ਹੋ। ਜਿਹੜਾ ਇਹਨਾਂ ਨੂੰ ਕਿਹਾ ਗਿਆ ਸੀ ਹਾਈ ਕੋਰਟ ਦੁਆਰਾ ਵੀ ਤੁਸੀਂ ਕਲੀਅਰੈਂਸ, এনवायरमेंट ਕਲੀਅਰੈਂਸ ਦਾ ਸਰਟੀਫਿਕੇਟ ਲੈ ਕੇ ਆਓ, ਨਹੀਂ ਕੰਪਲਾਈ ਕੀਤਾ ਤੇ ਫਟਕਾਰ ਲੱਗੀ। ਤੇ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਹੁਣ ਆਦਤ ਹੋ ਗਈ ਹੈ ਹਾਈ ਕੋਰਟ ਤੋਂ ਫਟਕਾਰ ਖਾਣ ਦੀ। ਮੈਨੂੰ ਲੱਗਦਾ ਹੋਮਵਰਕ ਨਹੀਂ ਕਰਦੇ ਤੇ ਜਾਨਣਾ ਇਹਨਾਂ ਨੂੰ ਹਜੇ ਤੱਕ ਮੈਨੂੰ ਲੱਗਦਾ ਮਾਈਨਿੰਗ ਪਾਲਿਸੀ ਦੇ ਬੇਸਿਕਸ ਨਹੀਂ ਇਹਨਾਂ ਨੂੰ ਪਤਾ ਲੱਗੇ। ਦੂਜੀ ਗੱਲ ਇਹ ਹੈ, ਦੂਜਾ ਇੰਨਾ ਕਹਿਣਾ ਹੈ ਕਿ ਦੇਖੋ ਅਸੀਂ ਆਮ ਆਦਮੀ ਪਾਰਟੀ ਨੂੰ ਇੱਕ ਗੱਲ ਪੁੱਛਦੇ ਆ। ਤੁਸੀਂ ਕਹਿ ਰਹੇ ਹੋ ਕਿ ਇਹਦੇ ਨਾਲ ਮਾਫੀਆ ਖਤਮ ਹੋ ਜਾਊਗਾ। ਮਾਫੀਆ ਕਿਵੇਂ ਖਤਮ ਹੋਊਗਾ ਇਹ ਦੱਸ ਦਿਓ, ਕਿਉਂਕਿ ਇਹਦੇ ਨਾਲ ਇੱਕ ਚੀਜ਼ ਹੋਊਗੀ, ਜਿਹੜਾ ਮਿਡਲ ਮੈਨ ਵਾਲੀ ਪ੍ਰੋਬਲਮ ਮਾੜੀ ਮੋਟੀ ਟੱਚ ਹੋ ਸਕਦੀ ਹੈ, ਲੇਕਿਨ ਮਾਫੀਆ ਕਿਵੇਂ ਐਲੀਮੀਨੇਟ ਹੋਊਗਾ? ਕਿਉਂਕਿ ਆਪਣਾ ਅਨਮੋਲ ਗਗਨ ਮਾਨ ਜੀ ਹਾਲ ਹੀ ਦੇ ਵਿੱਚ ਗਏ ਸੀਗੇ ਨਵੰਬਰ 22 ਨੂੰ ਅਭੀਪੁਰ ਵਿਲੇਜ ਦੇ ਵਿੱਚ ਖਰੜ ਚ ਜੋ ਉੱਥੇ ਸਰਪ੍ਰਾਈਜ਼ ਚੈੱਕ ਕੀਤਾ ਤੇ ਉੱਥੇ ਪਤਾ ਲੱਗਿਆ ਵੀ ਮਾਈਨਿੰਗ ਹੋ ਰਹੀ ਸੀਗੀ। ਤੇ ਤਾਂ ਕਰਕੇ ਬਾਜਵਾ ਸਾਹਿਬ ਨੇ ਈਡੀ ਤੇ ਸੀਬੀਆਈ ਨੂੰ ਲਿਖਿਆ ਵੀ ਇਹ ਕੇਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਵੇ। ਇੱਕ ਪਾਸੇ ਸਰਕਾਰ ਕਹਿ ਰਹੀ ਹੈ ਹੋਣੀ ਨਹੀਂ ਮਾਈਨਿੰਗ, ਤੇ ਦੂਜੇ ਪਾਸੇ ਆਪਦੇ ਮਿਨਿਸਟਰ ਆਪਣਾ ਜਾ ਕੇ ਪਤਾ ਕਰ ਰਹੇ ਠੀਕ। ਸੋ ਇੱਥੋਂ ਪਤਾ ਲੱਗਦਾ ਵੀ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ। ਫੇਲਡ ਔਨ ਐਵਰੀਥਿੰਗ। ਠੀਕ ਹੈ, ਮਿਸਟਰ ਗਰੇਵਾਲ बोलो। जी सर चोर चोरी से जाए, सीना जोरी से ना जाए। मैनू रेट ਤਾਂ ਨਹੀਂ ਪਤਾ, मैं कोई कोठी नहीं पा रहा। ਗੱਲ ਹੈ ਕਿ ਬਹੁਤ ਮਹਿੰਗਾ, ਬਹੁਤ ਜ਼ਿਆਦਾ ਮਹਿੰਗਾ। ਮਾਫੀਆ ਜਿਹੜਾ ਸਾਡੇ ਮੰਤਰੀ ਜਾ ਕੇ ਜੇ ਆਪ ਐਕਸਪੋਜ਼ ਕਰਦੇ ਆ ਤਾਂ ਇਹਦਾ ਮਤਲਬ ਕਿ ਅਸੀਂ ਐਕਸਪੋਜ਼ ਮੋਡ 'ਚ। ਹਲੇ ਤੱਕ ਕੀ ਹੁੰਦਾ ਸੀ, ਹੈਲੀਕਾਪਟਰ ਤੇ ਗੇੜਾ ਲੱਗ ਜਾਂਦਾ ਸੀਗਾ, ਅਸੀਂ ਖੱਡਾਂ ਤੇ 100 ਫੁੱਟ ਦੀਆਂ ਖੱਡਾਂ ਤੇ ਜਾ ਕੇ ਦੇਖ ਲੈਂਦੇ ਸੀਗੇ। ਇਹ ਮਾਫੀਆ ਕਿਵੇਂ ਮੁੱਕੂਗਾ ਕਿ ਜਿਹੜਾ ਟਿੱਪਰ ਮਾਫੀਆ ਸਪਲਾਈ ਤੇ ਕੁੰਡਲੀ ਮਾਰ ਕੇ ਬੈਠਾ ਸੀਗਾ, ਜਦੋਂ ਸਪਲਾਈ ਡੰਪਸ ਬਣ ਗਏ ਉਦੋਂ ਜਿਹੜਾ ਟਰਾਂਸਪੋਰਟ ਹੈ ਉਹਨੂੰ ਰੈਗੂਲੇਟ ਕੀਤਾ ਜਾਊਗਾ। ਰੈਗੂਲੇਟ ਕਰਕੇ ਰੇਟ ਤੇ ਰੇਤਾ ਪਿਆ ਹੋਊਗਾ। ਐਂਡ ਜਿਹੜੀ ਟਰਾਂਸਪੋਰਟੇਸ਼ਨ ਤੇ ਗੁੰਡਾ ਟੈਕਸ ਦੀ ਜਿਹੜਾ ਹੈਗਾ ਉਹ ਤੋਂ ਕਿਵੇਂ ਰੋਕ ਹੋ ਰਹੀ ਹੈ? 2 ਲੱਖ ਰੁਪਏ ਜੁਰਮਾਨਾ ਪਹਿਲਾਂ ਡਰਾਈਵਰਾਂ ਤੇ ਪੈਂਦਾ ਸੀਗਾ, ਹੁਣ ਜੀਤੇ ਪਊਗਾ। ਜਿਹੜਾ ਨਹੀਂ ਜਮਾ ਕਰਾਉਣਾ ਉਹਦਾ ਟਿੱਪਰ ਟਰਾਲੀ ਟਰੈਕਟਰ ਜ਼ਬਤ ਹੋਊਗਾ ਐਂਡ ਇਹ ਬਾਈ ਲਾਅ ਕੀਤਾ ਜਾਊਗਾ। ਆਹ ਹੱਲ ਹੈ ਸਰ, ਬੜਾ ਕੌਨਫੀਡੈਂਸ ਹੈ ਇਹਨਾਂ ਨੂੰ। ਗੁੰਝਲਾਂ ਪਾ ਕੇ ਗਏ, ਗੁੰਝਲਾਂ ਖੋਲ ਲਾਂਗੇ ਸਰ, ਖੋਲ ਲਾਂਗੇ। ਮੈਂ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ। ਗੁੰਝਲ ਤਾਂ ਆਮ ਆਦਮੀ ਲਈ ਹੈ, ਆਮ ਆਦਮੀ ਲਈ ਡਿਬੇਟ ਅਸੀਂ ਕਰ ਰਹੇ ਹਾਂ। ਰੇਟ ਤੇ ਡਿਬੇਟ ਹੋ ਰਹੀ ਹੈ। ਰੇਟ ਜੋ ਤੱਕ ਤੁਹਾਨੂੰ ਸਸਤਾ ਨਹੀਂ ਮਿਲੂਗਾ, ਜੋ ਸਸਤੇ ਪਾ ਰੇਤਾ ਬਜਰੀ ਨਹੀਂ ਮਿਲੂਗੀ, ਤੁਸੀਂ ਆਪਣੇ ਸੁਪਨੇ ਕਿਵੇਂ ਪੂਰੇ ਕਰੋਗੇ? ਜੇ ਆਮ ਆਦਮੀ ਦੇ ਹੁੰਦਿਆਂ ਜਾਂ ਆਮ ਆਦਮੀ ਪਾਰਟੀ ਦੇ ਹੁੰਦਿਆਂ ਜੇ ਆਮ ਆਦਮੀ ਦੇ ਸੁਪਨੇ ਪੂਰੇ ਨਹੀਂ ਹੋ ਸਕਦੇ, ਫਿਰ ਕੌਣ ਸੁਪਨੇ ਪੂਰੇ ਕਰੂਗਾ? ਇਹ ਆਮ ਆਦਮੀ ਦਾ ਸਵਾਲ ਹੈ ਤੇ ਉਹੀ ਪੁੱਛਣ ਨੂੰ ਬੈਠਾ। ਵਾਪਸ ਆ ਰਿਹਾ।
ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ ਕਿ ਰੇਤ ਬਜਰੀ ਦੇ ਸਰਕਾਰੀ ਵਿਕਰੀ ਕੇਂਦਰ ਨਾਲ ਆਮ ਆਦਮੀ ਦੀ ਲੁੱਟ ਮੁੱਕੇਗੀ। ਕਲੇਰ ਸਾਹਿਬ ਜਿਹੜਾ ਪੋਲੀਟੀਕਲ ਨੈਕਸਸ ਹੈਗਾ ਇਸ ਪੂਰਾ ਮਾਫੀਏ ਦੇ ਵਿੱਚ, ਕੀ ਉਹਨੂੰ ਠੱਲ ਪੈ ਜਾਊਗੀ ਜੋ ਆਮ ਆਦਮੀ ਪਾਰਟੀ ਸਰਕਾਰ ਨੇ ਕਦਮ ਚੁੱਕਿਆ? KP ਜੀ, ਜਿਹੜਾ ਰੇਤ ਸ਼੍ਰੋਮਣੀ ਅਕਾਲੀ ਦਲ ਦੀ 2007 ਤੇ 17 ਵਾਲੀ ਸਰਕਾਰ 'ਚ ਰੇਤੇ ਵਾਂਗੂ ਵਿਕਦਾ ਸੀ, ਉਹ ਕਾਂਗਰਸ ਦੀ ਸਰਕਾਰ ਦੇ ਵਿੱਚ ਸੋਨੇ ਵਾਂਗੂ ਵਿਕਿਆ। ਅਵੇਲੇਬਲ ਬਹੁਤ ਸੀ ਪਰ ਵਿਕਿਆ ਸੋਨੇ ਵਾਂਗੂ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨੂੰ ਅੱਜ ਹੀਰਿਆਂ ਵਾਂਗੂ ਵੇਚ ਰਹੀ ਹੈ ਤੇ ਮਿਲਦਾ ਵੀ ਨਹੀਂ ਤੇ ਮਹਿੰਗਾ ਬਹੁਤ। ਅੱਜ ਮੇਰਾ ਸਵਾਲੀਆ ਨਿਸ਼ਾਨ ਜੋ ਹਰਜੋਤ ਬੈਂਸ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਉਹਨਾਂ ਤੇ ਦੇਖੋ, ਦੋ ਚੀਜ਼ਾਂ ਬਹੁਤ ਤਕੜੀਆਂ ਕੰਟਰਡਿਕਟ ਕਰਦੇ ਨੇ। ਪਹਿਲੀ ਤਾਂ ਉਹ ਗੱਲ ਕਹਿੰਦੇ ਨੇ ਜੀ ਕਿ ਅਸੀਂ ਇਹਨੂੰ ਸਰਕਾਰੀ ਤਰੀਕੇ ਦੇ ਨਾਲ ਵੇਚਾਂਗੇ। ਤਾਂ ਮੇਰਾ ਹਰਜੋਤ ਬੈਂਸ ਨੂੰ ਪਹਿਲਾਂ ਸਿੱਧਾ ਸਵਾਲ ਹੈ ਕਿ ਕੀ ਹੁਣ ਸਰਕਾਰ ਰੇਤਾ ਵੇਚੂਗੀ? ਸਰਕਾਰ ਦਾ ਵਾਅਦਾ ਕੀ ਸੀ? ਸਰਕਾਰ ਕਰਨ ਕੀ ਜਾ ਰਹੀ ਹੈ? ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਮਾਫੀਆ ਹੁਣ ਸਰਕਾਰ ਚਲਾਊਗੀ, MLA ਚਲਾਉਣਗੇ, ਇਹਦਾ ਜਵਾਬ ਕੌਣ ਦੇਊਗਾ? ਨੰਬਰ 2 ਦੇ ਉੱਤੇ ਇਹਨੂੰ ਮਾਫੀਆ ਕਿਉਂ ਕਹਿ ਰਹੇ ਹੋ ਵੀ ਮਾਫੀਆ ਚਲਾਊਗੀ ਸਰਕਾਰ? ਇਹ ਬਿਲਕੁਲ ਜੀ, ਇਹ ਜਿਸ ਤਰੀਕੇ ਦੇ ਨਾਲ ਇਹ ਕਹਿੰਦੇ ਨੇ ਕਿ ਜੇ ਅਸੀਂ ਜ਼ਿਲ੍ਹੇ ਦੇ ਵਿੱਚ ਖੋਲਾਂਗੇ ਜੀ ਉੱਥੋਂ ਲੋਕਾਂ ਨੂੰ ਮਿਲਿਆ ਕਰੂਗਾ, ਇਹ ਤੁਸੀਂ ਬਹੁਤ ਜਲਦ ਦੇਖੋਗੇ ਵੀ ਇਹ ਹਲਕਾ ਇੰਚਾਰਜ ਆਪਰੇਟਡ ਦੁਕਾਨਾਂ ਹੋਣਗੀਆਂ, ਜਿੱਥੇ ਹੋਇਆ ਕਰੂਗਾ ਸਰਕਾਰ ਤੱਕ ਅਪਰੋਚ ਕਰਕੇ ਇਹ ਮਿਲਣਾ। ਇਹਨਾਂ ਦੀ ਪਹਿਲੇ ਵੀ ਜਿਹੜੇ ਦਾਅਵੇ ਨੇ ਉਹ ਸਾਰਿਆਂ ਦੇ ਸਾਹਮਣੇ ਨੇ। ਦੂਜਾ, ਇਹ ਕੰਟਰਡਿਕਟ ਕਰਕੇ ਹੁਣੀ ਗਏ ਜੀ ਅਬਾਬ ਗਰੇਵਾਲ ਸਾਹਿਬ, ਇਹ ਕਹਿੰਦੇ ਜੀ ਪਿਛਲੀ ਸਰਕਾਰ ਦੀ ਪਾਲਿਸੀ ਸੀ, ਸਾਨੂੰ ਬਹੁਤ ਲੰਬਾ ਸਮਾਂ ਲੱਗ ਗਿਆ, ਉਹਨੂੰ ਗੁੰਝਲਾਂ ਉਹਦੀਆਂ ਖੋਲ ਰਹੇ ਆ। ਔਰ ਦੂਜੇ ਪਾਸੇ ਕਹਿੰਦੇ ਨੇ ਕਿ ਜੀ ਜਿਹੜੀਆਂ ਮਾਈਨਿੰਗ ਹੈ, ਮਾਈਨਿੰਗ ਪਾਲਿਸੀ 'ਚ ਕੋਈ ਨੁਕਸ ਨਹੀਂ, ਟਿੱਪਰਾਂ ਵਾਲਿਆਂ ਦਾ ਨੁਕਸ ਹੈ। ਤਾਂ ਅਬਾਬ ਗਰੇਵਾਲ ਸਾਹਿਬ ਇਹ ਦੱਸ ਦੇਣ ਵੀ ਉਹ ਟਿੱਪਰ ਦੇ ਕੋਈ ਪਾਲਿਸੀ ਪਹਿਲੀਆਂ ਸਰਕਾਰਾਂ ਨੇ ਬਣਾਈ ਸੀ ਕਿ ਮਾਈਨਿੰਗ ਪਾਲਿਸੀ ਬਣਾਈ ਸੀ? ਦੋ ਗੱਲਾਂ 'ਚ ਬਹੁਤ ਵੱਡਾ ਫਰਕ ਆ ਰਿਹਾ ਹੈ। ਕਿਉਂਕਿ ਅਗਰ ਟਿੱਪਰਾਂ ਦਾ ਹੀ ਰੌਲਾ ਹੈ, ਅਗਰ ਟਿੱਪਰ ਹੀ ਬਲੈਕ ਮਾਰਕੀਟਿੰਗ ਕਰ ਰਹੇ ਨੇ, ਫਿਰ 8 ਮਹੀਨਿਆਂ ਤੋਂ ਸਰਕਾਰ ਸੁੱਤੀ ਕਿਉਂ ਪਈ ਸੀ? ਅਗਰ ਇਲੀਗਲ ਕੰਮ ਟਿੱਪਰ ਵਾਲੇ ਲੋਕ ਕਰ ਰਹੇ ਸੀ, ਉਹਨਾਂ ਦੇ ਉੱਤੇ ਕਿਉਂ ਨਹੀਂ ਨੱਥ ਪਾਈ ਗਈ? ਇਸ ਗੱਲ ਦਾ ਜਵਾਬ ਦੇ ਦਿਓ। ਇੱਕ ਹਰਜੋਤ ਬੈਂਸ ਸਾਹਿਬ ਅੱਜ ਪ੍ਰੈਸ ਕਾਨਫਰੰਸ 'ਚ, ਵੈਸੇ ਤਾਂ ਵਕੀਲ ਨੇ, ਬੜੇ ਸਿਆਣੇ ਨੇ, ਕੈਬਨਿਟ ਮਿਨਿਸਟਰ ਬਣ ਗਏ ਬਹੁਤ ਜਲਦੀ, ਉਹ ਕਹਿੰਦੇ ਜੀ ਟਿੱਪਰ ਨੂੰ ਅਸੀਂ ਕਨਫਿਸਟੀਕੇਟ ਕਰ ਲਾਂਗੇ, 2 ਲੱਖ ਰੁਪਇਆ ਜੁਰਮਾਨਾ ਪਾਵਾਂਗੇ, ਜੇ 15 ਦਿਨ 'ਚ ਜੁਰਮਾਨਾ ਨਾ ਭਰਿਆ ਤਾਂ ਟਿੱਪਰ ਨਿਲਾਮ ਹੋਊਗਾ। ਦੱਸੋ ਕਿਹੜਾ ਕਾਨੂੰਨ ਹੈ, ਕਿਹੜੀ CRPC IPC ਦੀ ਪ੍ਰੋਵੀਜ਼ਨ ਹੈ ਜਿਹੜੀ ਕਹਿੰਦੀ ਹੈ ਕਿ ਤੁਸੀਂ ਕਿਸੇ ਵਹੀਕਲ ਨੂੰ ਕਨਫਿਸਕੇਟ ਕਰਕੇ ਉਹਨੂੰ ਤੁਸੀਂ ਦੁਬਾਰਾ ਉਹਦੀ ਨਿਲਾਮੀ ਕਰ ਸਕਦੇ ਹੋ? ਲੋਕਾਂ ਨੂੰ ਇਹ ਵੀ ਦੱਸ ਦਿਓ, ਆਮ ਆਦਮੀ ਪਾਰਟੀ ਹਰ ਗੱਲ ਦੇ ਉੱਤੇ ਝੂਠ ਬੋਲਦੀ ਹੈ ਔਰ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਦੀ ਹੈ। ਮੈਂ ਇਹੀ ਸਵਾਲ ਪੁੱਛਣਾ ਚਾਹੁੰਦਾ ਕਿ ਕਿਹੜਾ ਐਸਾ ਲਾਅ ਹੈ ਸਟੇਟ ਗਵਰਨਮੈਂਟ ਕੋਲੇ ਜਿਹੜਾ ਕਨਫਿਸਕੇਟਡ ਵਹੀਕਲ ਨੂੰ ਵੇਚ ਸਕਦਾ? ਤੁਸੀਂ ਇੱਕ ਮੈਨੂੰ ਇਹ ਦੱਸੋ ਕਲੇਰ ਸਾਹਿਬ, ਟਿੱਪਰ ਮਾਲਕ ਨੂੰ ਫੜਨਾ ਜ਼ਰੂਰੀ ਹੈ ਜਿਹੜੇ ਕੇਸ ਵਿੱਚ ਇਹ ਗੱਲ ਕਰਦੇ ਪਏ, ਜਾਂ ਟਿੱਪਰ ਚਾਲਕ ਨੂੰ ਫੜ ਲਿਆ ਜਾਵੇ? KP ਜੀ, ਸਵਾਲ ਇਹ ਖੜਾ ਹੁੰਦਾ ਹੈ ਕਿ ਅਗਰ ਇਲੀਗਲ ਚੀਜ਼ ਕੋਈ ਚੱਲ ਰਹੀ ਹੈ, ਉਹ ਪਾਲਿਸੀ ਤੋਂ ਬਾਹਰ ਚੱਲ ਰਹੀ ਹੈ, ਟਿੱਪਰ ਕਿਸੇ ਪਾਲਿਸੀ ਦਾ ਪਾਰਟ ਨਹੀਂ। ਸੋ ਅੱਜ ਸਰਕਾਰ ਇਸ ਗੱਲ ਦੀ ਜਵਾਬ ਦੇ ਹੈ ਕਿ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਜਿਹੜੀ TRP ਪ੍ਰੈਸ ਕਾਨਫਰੰਸ ਕਰਨ ਦੀ ਆਦਤ ਪੈ ਗਈ, ਇਹ ਦੱਸ ਦੇਣ ਕਿ ਅਗਰ ਨਜਾਇਜ਼ ਟਿੱਪਰ ਚੱਲ ਰਹੇ ਨੇ ਤਾਂ 8 ਮਹੀਨਿਆਂ ਤੋਂ ਕਿਹਨੇ ਇਹਨਾਂ ਦੇ ਹੱਥ ਫੜੇ ਨੇ, ਇਹ ਕਿਉਂ ਨਹੀਂ ਰੋਕ ਰਹੇ? ਉਹਦਾ ਕਾਰਨ ਹੈ ਕਿ ਇਹਨਾਂ ਦੀ ਪੁਸ਼ਤ ਪਨਾਹੀ ਨਾਲ ਚੱਲ ਰਹੇ ਨੇ, ਇਹਨਾਂ ਦੀ ਪੁਸ਼ਤ ਪਨਾਹੀ ਨੀਚੇ ਸਾਰਾ ਕੰਮ ਹੋ ਰਿਹਾ। ਚਲੋ ਮੈਂ ਆ ਰਿਹਾ ਮਿਸਟਰ ਗਰੇਵਾਲ, ਇੱਕ ਮਿੰਟ ਆ ਰਿਹਾ। ਮਿਸਟਰ ਚੰਨੀ ਨੂੰ ਮੈਂ ਇਨਵੋਲਵ ਕਰ ਲਵਾਂ ਵਿੱਚ। ਇਕਬਾਲ ਸਿੰਘ ਚੰਨੀ ਜੀ, ਚੰਨੀ ਸਾਹਿਬ, ਜਦੋਂ ਤੁਸੀਂ ਸਰਕਾਰਾਂ ਦਾ ਹਿੱਸਾ ਰਹੇ ਹੋ, ਜੋ ਤੁਹਾਡੀਆਂ ਸਰਕਾਰਾਂ ਚੱਲਦੀਆਂ ਨੇ, ਅਕਾਲੀ ਭਾਜਪਾ ਦੀ ਸਰਕਾਰ, ਤੁਸੀਂ ਪਹਿਲਾਂ ਅਕਾਲੀ ਦਲ ਵਿੱਚ ਵੀ ਰਹੇ ਹੋ। ਚੰਨੀ ਸਾਹਿਬ, ਸਵਾਲ ਸਿੱਧਾ ਇਹ ਹੈ, ਉਸ ਵੇਲੇ ਜਿਹੜਾ ਮਾਫੀਆ ਸੀਗਾ ਕੀ ਹੁਣ ਵਾਲੀ ਸਰਕਾਰ ਨੇ ਕੰਟਰੋਲ ਕਰ ਲਿਆ? ਚੰਨੀ ਸਾਹਿਬ, ਜੋ ਹੁਣ ਪੋਜੀਸ਼ਨ ਹੈ, ਇਹਨਾਂ ਨੇ ਜਦੋਂ ਇਲੈਕਸ਼ਨ ਹੋਈ ਸੀ ਇਹਨਾਂ ਨੇ ਵਾਅਦਾ ਕੀਤਾ ਅਸੀਂ 5 ਰੁਪਏ ਤੋਂ ਵੀ ਘੱਟ ਰੇਟ ਤੇ ਦੇਵਾਂਗੇ ਇਹ ਰੇਤਾ, ਤੇ ਅੱਜ ਬੈਂਸ ਸਾਹਿਬ ਨੇ ਜੋ ਰੇਟ ਅਨਾਉਂਸ ਕੀਤਾ ਹੈ ਉਹ 28 ਰੁਪਏ ਫੁੱਟ ਦਾ ਰੇਟ ਅਨਾਉਂਸ ਕੀਤਾ ਹੈ। ਤੇ 28 ਰੁਪਏ ਫੁੱਟ ਵੀ ਜਿਹੜਾ ਰੇਟ ਹੈ ਉਹ ਮੋਹਾਲੀ ਦੇ ਡਿਪੂ ਤੇ ਹੈ। ਉਸ ਤੋਂ ਬਾਅਦ ਉਹਦੇ ਢੋਆ ਢੋਆਈ ਪੈਣੀ ਹੈ, ਉਸ ਤੇ ਟਰਾਂਸਪੋਰਟੇਸ਼ਨ ਪੈਣੀ ਹੈ, ਉਸ ਤੇ ਜਿਹੜੇ ਬੰਦੇ ਨੇ ਵੇਚਣਾ ਉਹਦਾ ਪ੍ਰੋਫਿਟ ਪੈਣਾ। ਇਹ ਰੇਤਾ 40 ਤੋਂ ਉੱਪਰ 50 ਦੇ ਵਿੱਚ ਇਹ ਰੇਤਾ ਵੇਚਣ ਦੀ ਜਿਹੜੀ ਅੱਜ ਗੱਲ ਕੀਤੀ ਹੈ ਇਹਨਾਂ ਨੇ। ਇਸ ਲਈ ਮੈਂ ਸਮਝਦਾ ਕਿ ਆਮ ਆਦਮੀ ਸਰਕਾਰ ਆਮ ਆਦਮੀ ਦਾ ਕਚੂਮਰ ਕੱਢਣ ਤੇ ਤੁਲੀ ਹੋਈ ਹੈ। ਦੂਜੀ ਗੱਲ ਜਿਹੜੀ ਗਰੇਵਾਲ ਸਾਹਿਬ ਨੇ ਕਹੀ ਹੈ ਕਿ ਅਸੀਂ 1 ਲੱਖ ਫੁੱਟ ਦਾ ਪ੍ਰਬੰਧ ਕਰ ਲਿਆ ਹੈ, ਮੈਂ ਪੁੱਛਣਾ ਚਾਹੁੰਦਾ ਵੀ 1 ਲੱਖ ਫੁੱਟ ਦਾ ਪ੍ਰਬੰਧ ਕਰੋਗੇ ਕਿੱਥੋਂ ਤੁਸੀਂ? ਤੁਹਾਡੇ ਕੋਲ ਖੱਡ ਕੋਈ ਚਲਾਉਣ ਨੂੰ ਨਹੀਂ, ਸਟੇ ਤੁਹਾਡੀ ਪਾਲਿਸੀ ਤੇ ਲੱਗਿਆ ਹੋਇਆ ਹੈ, ਖੱਡਾਂ ਤੁਸੀਂ ਚਲਾ ਨਹੀਂ ਸਕਦੇ, ਇਹ ਰੇਤਾ ਕਿੱਥੋਂ ਲਿਆ ਕੇ ਤੁਸੀਂ ਦਓਗੇ? ਨਹੀਂ ਚੰਨੀ ਸਾਹਿਬ ਉਹ ਕਹਿੰਦੇ, ਚੰਨੀ ਸਾਹਿਬ ਉਹ ਕਹਿੰਦੇ ਅਸੀਂ ਚੰਨੀ ਸਾਹਿਬ ਉਹ ਕਹਿੰਦੇ, ਚੰਨੀ ਸਾਹਿਬ ਉਹ ਕਹਿੰਦੇ ਕਿਉਂ ਮੰਗ ਰਹੇ ਹੋ? ਤੇ ਚੰਨੀ ਸਾਹਿਬ ਜਿਹੜਾ ਰੇਤਾ ਬਾਹਰੋਂ ਆਉਂਦਾ ਉਹ ਤੇ ਤੁਸੀਂ ਰੈਲਟੀ ਲਾਤੀ। ਚੰਨੀ ਸਾਹਿਬ ਉਹ ਕਹਿੰਦੇ ਅਸੀਂ ਲੋਕਾਂ ਨੂੰ ਖੁੱਲੀ ਛੁੱਟੀ ਤੋਂ ਆਪੇ ਲਿਆ ਕੇ ਲੈ ਆਉਣਗੇ ਉਹ। ਚੰਨੀ ਸਾਹਿਬ, ਤੁਹਾਡੀ ਵਿੱਚ ਜ਼ਰੂਰਤ ਕੀ ਹੈ? ਚੰਨੀ ਸਾਹਿਬ ਉਹ ਕਹਿੰਦੇ ਅਸੀਂ ਬਾਹਰੋਂ ਪ੍ਰਬੰਧ ਕੀਤਾ। ਨਹੀਂ, ਬਾਹਰੋਂ ਪ੍ਰਬੰਧ ਵਿੱਚ ਲੋਕ ਆਪੇ ਲਿਆਣਗੇ ਜੀ। ਇਹਨਾਂ ਨੂੰ 3.5 ਰੁਪਏ ਰੈਲਟੀ ਦਿਓ, 3.5 ਰੁਪਏ ਰੈਲਟੀ ਬਾਰੇ ਦੇ ਵਿੱਚ ਫਿਰ ਪਹਿਲਾਂ ਉੱਥੋਂ ਆਊ, ਉੱਥੇ ਅਨਲੋਡ ਹੋਊਗਾ, ਫਿਰ ਲੋਡ ਹੋਊਗਾ,
ਫਿਰ ਲੋਕਾਂ ਨੂੰ ਛੁੱਟੀ ਦੇ ਦਿਓ, ਆਪੇ ਲੈਣ ਲੋਕ। ਚਲੋ ਲੋਕਾਂ ਨੂੰ ਕਿਤੇ ਹਿਮਾਚਲ ਨਹੀਂ ਜਾ ਸਕਦੇ ਜਾਂ ਹਰਿਆਣਾ 'ਚ ਨਹੀਂ ਜਾ ਸਕਦੇ। ਮੈਂ ਤੁਹਾਡਾ ਸਵਾਲ ਲੈਣਾ ਚਾਹੁੰਦੀ ਸਾਹਿਬ, ਇਹਨਾਂ ਨੇ ਬਹੁਤ ਗੰਭੀਰ ਸਵਾਲ ਚੁੱਕੇ ਆ ਗਰੇਵਾਲ ਸਾਹਿਬ, ਗਰਾਊਂਡ ਦੇ ਸਵਾਲ ਚੁੱਕਦੇ ਪਏ ਆ। ਬਿਲਕੁਲ ਸਹੀ ਪੁੱਛਿਆ ਜੀ, ਬਿਲਕੁਲ ਸਹੀ ਸਵਾਲ ਚੁੱਕੇ ਆ। ਮੇਰੀ ਸੁਣੋ ਗੱਲ, 2-3 ਗੱਲਾਂ। ਜੇ ਰੇਤੇ ਦੀ ਮੰਡੀ ਲੱਗੀ ਹੈ, ਮੈਂ 2 ਲੱਖ ਮੈਟ੍ਰਿਕ ਟਨ, 2 ਲੱਖ ਮੈਟ੍ਰਿਕ ਸਕੁਆਇਰ ਫੀਟ, ਸੌਰੀ, ਮੈਂ ਜਿਹੜੀ ਗੱਲ ਕਹਿ ਰਿਹਾ ਉਹ ਇਹ ਹੈ, ਉਹ ਸਿੰਪਲ ਜੀ ਗੱਲ ਹੈ ਕਿ ਜਿਹੜੀ ਇਹ ਆ ਰਹੀ ਹੈ, ਜਿਹੜੀਆਂ ਸਰਕਾਰੀਆਂ ਕੱਢਣ ਨੂੰ ਮਾਨਯੋਗ ਹਾਈ ਕੋਰਟ ਨੇ ਰੋਕ ਲਾਈ ਸੀ, ਅਸੀਂ ਮਾਨਯੋਗ ਸੁਪਰੀਮ ਕੋਰਟ ਕੋਲ ਗਏ, ਅਸੀਂ ਉਹੀ ਤਾਂ ਕਹਿ ਰਹੇ ਹਾਂ, ਅਸੀਂ ਪੱਖ ਰੱਖਿਆ, ਅਸੀਂ ਉਹਨਾਂ ਨੂੰ ਕਿਹਾ ਜੀ ਸਰਕਾਰ ਵੇਚੇਗੀ। ਹੁਣ ਰੌਲਾ ਕੀ ਹੈ ਸਰ, ਹਲਕਾ ਇੰਚਾਰਜ ਸਾਡੇ ਵਾਲੇ ਪਾਸੇ ਰਿਵਾਜ ਹੈ ਨਹੀਂ, ਸਰਕਾਰ ਤੇ ਸਰਕਾਰ ਦੇ ਅਫਸਰ ਵੇਚਣਗੇ। ਮਾਈਨਿੰਗ ਡਿਪਾਰਟਮੈਂਟ ਤੇ ਬਹੁਤ ਤਕੜਾ ਡੰਡਾ ਫਿਰਿਆ ਹੋਇਆ। ਨੰਬਰ ਗੱਲ ਰਹੀ 2, ਜਿਹੜੇ ਕਹਿੰਦੇ ਲੋਕਾਂ ਨੂੰ ਲਿਆਉਣ ਦਿਓ, ਇਹਨਾਂ ਨੇ ਬਿਲਕੁਲ ਸਹੀ ਪੁਆਇੰਟ ਚੱਕਿਆ ਕਿ ਰੇਤਾ ਜਿਹੜਾ ਹੈਗਾ ਉਹ ਕਿਤੋਂ ਵੀ ਲਿਆਉਣ। ਅਸੀਂ ਕਹਿੰਦੇ ਆ ਜੀ, ਅਸੀਂ ਸਪਲਾਈ ਦੇ ਲਾਇਕ ਜਿੰਨਾ ਪੰਜਾਬ 'ਚ ਰੇਤਾ ਚਾਹੀਦਾ ਅਸੀਂ ਪ੍ਰੋਵਾਈਡ ਕਰਕੇ ਸਰਕਾਰੀ ਡੀਪੂ ਬਣਾਵਾਂਗੇ। ਉਹਦੇ ਬਾਅਦ ਕੀ ਹੁੰਦਾ ਸੀ ਕੇਪੀ ਜੀ, ਮੈਂ ਇੱਕ ਬੜੀ ਗੱਲ ਕਲੀਅਰ ਕਰਾਂ, ਰੇਤਾ ਆ ਜਾਂਦਾ ਸੀਗਾ, ਜਿਹੜਾ ਪੈਸਾ ਵੱਧਦਾ ਸੀ ਉਹ ਗੁੰਡਾ ਟੈਕਸ ਬਣਦਾ ਸੀਗਾ, ਜਿਹੜਾ ਵਿੱਚ ਪਰਚੀ ਕੱਟੀ ਜਾਂਦੀ ਸੀ ਉਹਦਾ ਕੀਤਾ ਜਾਂਦਾ ਸੀਗਾ। ਜਦੋਂ ਸਰਕਾਰੀ ਥਾਂ ਤੋਂ ਜਾਏਗਾ, ਅਸੀਂ ਤਾਂ ਐਪਸ ਬਣਾਈਆਂ ਹੋਈਆਂ ਨੇ, ਸਾਡੀ ਪਾਲਿਸੀ ਹੈਗੀ ਐਪਸ ਤੇ ਰੇਤਾ ਆਏਗਾ। ਗਰੇਵਾਲ ਸਾਹਿਬ, ਉਹਨਾਂ ਦਾ ਇੱਕ ਸਵਾਲ ਬੜਾ ਵਾਜਬ ਸੀਗਾ, ਉਹਦਾ ਜਵਾਬ ਦੇ ਦਿਓ ਨਾ। ਉਹ ਕਹਿੰਦੇ 28 ਰੁਪਏ ਜਿਹੜਾ ਤੁਸੀਂ ਘਣ ਫੁੱਟ ਦੇ ਰਹੇ ਹੋ, ਉਹ ਤੁਸੀਂ ਉੱਥੋਂ ਦੇ ਰਹੇ ਹੋ ਜਾਂ ਘਰ ਤੱਕ ਛੱਡੋਗੇ ਜਾਂ ਦੁਕਾਨ ਤੱਕ ਛੱਡੋਗੇ, ਕਿੱਥੇ ਤੱਕ ਛੱਡੋਗੇ? ਪਹਿਲੀ ਗੱਲ ਮੈਂ ਇਹਨਾਂ ਨਾਲ ਇਤਫਾਕ ਨਹੀਂ ਰੱਖਦਾ ਕਿ 28 ਰੁਪਏ ਸਕੁਆਇਰ ਫੁੱਟ ਜਿਹੜਾ ਇਹ ਕਹਿ ਰਿਹਾ, ਉਹ ਹਰਜੋਤ ਬੈਂਸ ਨੇ ਕਿਹਾ 20 ਰੁਪਏ ਸਕੁਆਇਰ ਫੁੱਟ 14-15 ਤੇ ਵੇਚਾਂਗੇ। ਪਹਿਲੀ ਗੱਲ। ਦੂਜੀ ਗੱਲ ਸਭ ਤੋਂ ਵੱਡੀ ਕੁੰਡੀ 28 ਰੁਪਏ ਪ੍ਰਤੀ ਘਣ ਫੁੱਟ ਸ਼ਬਦ ਹੈ ਉਹਨਾਂ ਦੇ ਸਰ। कहता चलो ओके, हरजोत ने कहता 28 रुपए घन फुट, बिल्कुल कहता, बिल्कुल ठीक है। सब तो ओदे नाल भी जे तुसी कैलकुलेशन लाओ, सब तो वड्डी कुंडी कित्थे वजदी सी कि रेता इत्थों भरांगे जी, इत्थे बदमाश बैठे आ बंदूकां लेके डांगा लेके, ओ गुंडा टैक्स कट्टणगे, फिर साडे फलाने दे बंदे बैठे आ ओ पर्ची लैणगे, ओ खत्म होऊगा, सरकारी डीपी तो जाऊगा। हरजोत बैंस ने एक गल होर कही कि जे बिना प्रॉपर कागजां तो एक भी चीज लभी एंड इन्होंने पूछा कानून किहदे तहत देवांगे। सर एक सिंपल सीआरपीसी आईपीसी की लोड़ ही नहीं, जिहड़ा माइनिंग एक्ट है ਉਹਦੇ ਵਿੱਚ प्रोविजनस ਹੈਗੀਆਂ ਨੇ ਕਿ ਜੇ ਕੋਈ ਬੰਦਾ ਇਲੀਗਲ ਕਰਦਾ ਤੁਸੀਂ ਉਹ ਮਾਈਨਿੰਗ ਐਕਟ ਵਿੱਚ ਇਹ ਪ੍ਰੋਵੀਜ਼ਨ ਹੈਗੀ ਹੈ ਸਰ, ਟਿੱਪਰ ਨੂੰ ਤੁਸੀਂ ਜ਼ਬਤ ਕਰ ਲਓ, ਉਹਦੇ ਬਾਅਦ ਨਿਲਾਮੀ ਕਰ ਦਿਓ ਜੇ ਇਲੀਗਲ ਹੈਗਾ ਸਾਰਾ ਕੁਝ। ਬਿਲਕੁਲ ਹੈਗੀ, ਨਹੀਂ ਬਿਲਕੁਲ ਨਾ ਜੇ ਲੀਗਲ ਹੈ ਤਾਂ ਬਿਲਕੁਲ ਜਾਵੇ, ਪਰ ਜੇ ਇਲੀਗਲ ਹੈ, ਜੇ ਇਲੀਗਲ ਹੈ ਫੇਰ ਕੀ ਹੈ ਕਿ ਤੁਸੀਂ ਜਿਹੜੀ ਦੇਸ਼ ਦੀ ਧਰੋਹਰ ਲੁੱਟ ਰਹੇ ਹੋ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਅਪੀਲ ਨਹੀਂ ਹੈਗੀ। ਚੇਪੀ ਜੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ, ਇੱਕ ਕੇਸ ਆ, ਮੈਂ ਉਸ ਕੇਸ ਦਾ ਵੀ ਉਦਾਹਰਨ ਦੇ ਸਕਦਾ, ਮੇਰੇ ਮੂਹਰੇ ਹੋਇਆ ਕੇਸ ਹੈ 2-3 ਦਿਨਾਂ ਚ। ਚੰਨੀ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਆ ਗਿਆ। ਮੈਂ ਗਰੇਵਾਲ ਸਾਹਿਬ ਨੂੰ ਗੱਲ ਕਹਿਣੀ ਚਾਹੁੰਦਾ ਕਿ ਇਹ ਕਹਿ ਰਿਹਾ 28 ਰੁਪਏ ਫੁੱਟ ਤੇ ਅੱਜ ਰੇਤਾ ਉਹਦੇ ਉੱਪਰ ਖਰਚਾ ਪੈਣਾ। ਜਿਹੜਾ ਰੇਟ ਅੱਜ ਦੇ ਰਹੇ ਇਹਨਾਂ ਦਾ, ਜਿਹੜੇ ਕਹਿੰਦੇ ਮਾਫੀਆ ਵਿੱਚ ਸੀ, ਫਲਾਣੇ ਨੂੰ ਪੈਸੇ ਜਾਂਦੇ ਸੀ, ਉਹ ਪਾ ਕੇ ਵੀ ਇਹਨਾਂ ਰੇਟ ਨਹੀਂ ਸੀ। ਜੇ ਮਾਫੀਆ ਟੈਕਸ ਵੀ ਪਾ ਲਈਏ, ਸਾਰਾ ਵੀ ਪਾ ਲਈਏ, ਤਾਂ ਵੀ ਇੰਨਾ ਰੇਟ ਨਹੀਂ ਸੀ ਉਦੋਂ ਜੋ ਰੇਟ ਅੱਜ ਪਊਗਾ। ਅੱਜ 40 ਉੱਪਰ ਪਊਗਾ ਉਦੋਂ। ਹੁਣ ਤਾਂ ਤੁਸੀਂ ਕੱਢਦਾ ਤੇ ਹੁਣ ਤਾਂ ਘਟ ਜਾਣਾ ਚਾਹੀਦਾ ਰੇਟ। ਜਦ ਕਿ ਮੈਨੂੰ ਬ੍ਰੇਕ ਲੈ ਲੈਣ ਦਿਓ, ਇੱਕ ਬ੍ਰੇਕ ਲੈ ਲੈਣ ਦਿਓ। ਮੈਂ ਵਾਪਸ ਆਇਆ ਤੁਹਾਡੇ ਸਾਰੇ ਸਵਾਲ ਲੈਣੇ ਆ। ਸਰਕਾਰੀ ਰੇਟ ਨਾਲ ਮਾਫੀਆ ਕੰਟਰੋਲ ਹੋ ਜਾਵੇਗਾ, ਸਵਾਲ ਇਹੀ ਹੈ, ਵਾਪਸ ਆ ਕੇ ਫਿਰ ਪੁੱਛੂੰਗਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਤੇ ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ ਕਿ ਰੇਤ ਬਜਰੀ ਦੇ ਸਰਕਾਰੀ ਵਿਕਰੀ ਕੇਂਦਰ ਨਾਲ ਆਮ ਆਦਮੀ ਦੀ ਲੁੱਟ ਮੁੱਕੇਗੀ। ਕਲੀਅਰ ਸਾਹਿਬ, ਇਹਦਾ ਮਤਲਬ ਮੰਨ ਕੇ ਚੱਲੀਏ ਕਿ ਜਿਹੜਾ 15-20 ਸਾਲ ਤੋਂ ਰੇਤ ਮਾਫੀਆ ਜਾਂ ਮਾਈਨਿੰਗ ਮਾਫੀਆ ਜਿਹੜਾ ਕੰਮ ਕਰਦਾ ਪਿਆ ਉਸ ਤਰੀਕੇ ਨਾਲ ਅੱਜ ਵੀ ਬਾਦ ਦਸਤੂਰ ਜਾਰੀ ਹੈ, ਤੁਸੀਂ ਇਹ ਕਹਿਣਾ ਚਾਹ ਰਹੇ ਹੋ? ਕੇਪੀ ਜੀ, ਮਾਫੀਆ ਚੱਲ ਰਿਹਾ ਹੁਣ, ਇਹ ਤੁਹਾਡੇ ਸਾਹਮਣੇ ਹੈ। ਜਦੋਂ ਕੋਰਟਾਂ ਦੀ ਝਾੜ ਪੈ ਰਹੀ ਹੈ, ਜਦੋਂ ਫੌਜ ਨੂੰ ਆ ਕੇ ਐਫੀਡੇਵਿਟ ਦੇਣੇ ਪੈ ਗਏ ਕਿ ਜਿਸ ਤਰੀਕੇ ਦੇ ਨਾਲ ਮਾਈਨਿੰਗ ਹੋ ਰਹੀ ਹੈ ਦੇਸ਼ ਦੀ ਸਿਕਿਉਰਿਟੀ ਨੂੰ ਖਤਰਾ, ਇਹ ਚੱਲ ਰਿਹਾ ਮਾਫੀਆ ਮਾਈਨਿੰਗ ਦੇ ਉੱਤੇ। ਇੱਕ ਚੀਜ਼ ਦੱਸੋ ਕਲੀਅਰ ਸਾਹਿਬ, ਤੁਸੀਂ ਬੜੇ ਸਿਆਣੇ ਬਣੇ ਹੋ ਕਲੀਅਰ ਸਾਹਿਬ, 9 ਮਹੀਨਿਆਂ ਦੇ ਵਿੱਚ ਇਹਨਾਂ ਨੇ ਹਾਲਾਤ ਇਹੋ ਜਿਹੇ ਪੈਦਾ ਕਰਤੇ ਕਿ ਉੱਥੇ ਸਾਡੀ ਸਿਕਿਉਰਿਟੀ ਏਜੰਸੀਜ਼ ਨੂੰ ਜਾ ਕੇ ਉੱਥੇ ਕਹਿਣਾ ਪੈ ਗਿਆ। ਹਾਲਾਤ ਪਹਿਲਾਂ ਪੈਦਾ ਹੋਏ ਨਾ, ਤਾਂ ਕਰਕੇ ਉਹਨਾਂ ਨੇ ਕਿਹਾ ਵੀ ਦੇਸ਼ ਦੀ ਸੁਰੱਖਿਆ ਨੂੰ ਖਤਰਾ, ਸਰਦਾਰ ਨੇੜੇ ਖਾਲੀ ਹੋ ਜਾਂਦਾ ਸਾਰਾ ਕੁਝ। ਕੇਪੀ ਜੀ, ਇਸ ਤੋਂ ਪਹਿਲਾਂ ਤਾਂ ਚੈਨਲਾਂ ਨੇ ਦੇਖਿਆ, ਜਿਹੜਾ 6 ਮਹੀਨੇ ਚੰਨੀ ਸਾਹਿਬ ਦੀ ਸਰਕਾਰ ਸੀ, ਚੰਨੀ ਸਾਹਿਬ ਦੀ ਪੁਸ਼ਤ ਪਨਾਹੀ ਨੀਚੇ ਚੱਲਿਆ। ਚਮਕੌਰ ਸਾਹਿਬ ਤਾਂ ਲਾਈਵ ਆਪਰੇਸ਼ਨ ਹੋਏ ਨੇ ਉਸ ਸਮੇਂ, ਸਰਪੰਚ ਸ਼ਰੇਆਮ ਡੰਕੇ ਦੀ ਚੋਟ ਤੇ ਕਹਿ ਰਿਹਾ ਸੀਗਾ ਕਿ ਮੈਂ ਚੰਨੀ ਸਾਹਿਬ ਦੇ ਹੁਕਮਾਂ ਤੇ ਮਾਈਨਿੰਗ ਕਰ ਰਿਹਾ। ਸੋ ਵਿਸ਼ਾ ਜੇ ਨਹੀਂ ਕਿ ਮਾਈਨਿੰਗ ਚੰਨੀ ਸਾਹਿਬ ਕਰ ਰਹੇ ਸੀ ਜਾਂ ਆਮ ਆਦਮੀ ਪਾਰਟੀ ਕਰ ਰਹੀ ਹੈ, ਵਿਸ਼ਾ ਜੇ ਇਸ ਗੱਲ ਦਾ ਹੈ ਕਿ ਜੋ ਇਹ ਸਰਕਾਰਾਂ ਲੋਕਾਂ ਨੂੰ ਝੂਠ ਬੋਲ ਕੇ ਵਾਅਦੇ ਕਰਕੇ ਆਈਆਂ ਸੀ। ਹੁਣ ਭਗਵੰਤ ਮਾਨ ਸਾਹਿਬ ਦਾ ਵਾਅਦਾ ਸੀ ਕਿ 9 ਰੁਪਏ ਦੇ ਹਿਸਾਬ ਨਾਲ ਅਸੀਂ ਰੇਤਾ ਦੇਾਂਗੇ, ਤੇ ਅੱਜ 27 ਰੁਪਈਆ ਤਾਂ ਮੋਹਾਲੀ ਦੇ ਉਸ ਤੋਂ ਮਿਲੂਗਾ, ਉਸ ਤੋਂ ਬਾਅਦ ਅੱਗੇ ਪਾ ਕੇ 40, 45, 50 ਰੁਪਏ, ਔਰ ਅੱਜ ਜਿਹੜਾ ਪ੍ਰੈਜ਼ੈਂਟਲੀ ਵਿਕ ਰਿਹਾ ਉਹ ਤਾਂ 50 ਰੁਪਏ ਤੋਂ ਵੀ ਕਿਤੇ ਮਹਿੰਗਾ ਵਿਕ ਰਿਹਾ। ਸੋ ਸਵਾਲ ਇਹ ਖੜਾ ਹੁੰਦਾ ਹੈ ਕਿ ਕੀ ਇਹ ਸਰਕਾਰਾਂ ਸਿਰਫ ਲੋਕਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰਕੇ, ਔਰ ਦੂਜਾ ਵੱਡਾ ਸਵਾਲ ਮੈਂ ਫਿਰ ਹਰਜੋਤ ਬੈਂਸ ਤੇ ਖੜਾ ਕਰਦਾ ਹਾਂ
ਕਿ ਮਾਈਨਿੰਗ ਪਾਲਿਸੀ ਸਕ੍ਰੈਪ ਹੋ ਚੁੱਕੀ ਹੈ, ਨਵੀਂ ਮਾਈਨਿੰਗ ਪਾਲਿਸੀ ਬਣੀ ਕੋਈ ਨਹੀਂ, ਤੇ ਖੱਡ ਦੇ ਉੱਤੇ ਜਾ ਕੇ ਜਿਹੜੀ TRP ਐਕਸਰਸਾਈਜ਼ ਦੇ ਕਿਹੜੇ ਸਭ ਬਲਬੂਤੇ ਦੇ ਉੱਤੇ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਝੂਠੇ ਵਾਅਦੇ ਕਰ ਦਿੰਦੇ। ਮੈਂ ਚੈਲੰਜ ਕਰਦਾ ਮੰਤਰੀ ਨੂੰ ਕਿ ਪਹਿਲਾਂ ਨਵੀਂ ਪਾਲਿਸੀ ਬਣਾਓ, ਨਵੀਂ ਪਾਲਿਸੀ ਦੇ ਹਿਸਾਬ ਨਾਲ ਪੰਜਾਬੀਆਂ ਨੂੰ ਦੱਸੋ ਕੀ ਦਓਗੇ, ਕਿਉਂਕਿ ਜਿਹੜੀ ਅੱਜ ਦੀ ਤੁਹਾਡੀ ਪਾਲਿਸੀ ਹੈ ਉਹ ਕੋਰਟਾਂ ਵੱਲੋਂ ਰਿਜੈਕਟ ਹੈ, ਲੋਕਾਂ ਨੂੰ ਰੇਤਾ ਮਿਲ ਨਹੀਂ ਰਿਹਾ। ਸੋ ਕਿਰਪਾ ਕਰਕੇ ਜਿਹੜਾ ਝੂਠ ਫੈਲਾਇਆ ਜਾ ਰਿਹਾ ਇਹਨੂੰ ਤੁਸੀਂ ਬੰਦ ਕਰ ਦਿਓ। ਚਲੋ ਹਾਂ ਮਿਸਟਰ ਖੜਿਆਲ, ਇਹ ਮਿਸਟਰ ਚੰਨੀ ਦਾ ਨਾਮ ਲੈ ਰਿਹਾ ਅਕਾਲੀ ਦਲ ਸਿੱਧਾ, ਤੇ ਚੰਨੀ ਸਾਹਿਬ ਆ ਗਏ ਵਾਪਸ ਹੁਣ। ਖੜਿਆਲ ਸਾਹਿਬ ਆਵਾਜ਼ ਖੋਲੋ ਆਪਦੀ। ਜੀ ਪਹਿਲਾਂ ਤਾਂ ਇਹਨਾਂ ਨੂੰ ਇਸ ਗੱਲ ਦਾ ਭਲੀ ਭਾਂਤ ਇਲਮ ਹੈਗਾ ਹੈ ਵੀ 5.5 ਰੁਪਏ ਜੇ ਰੇਤਾ ਕਿਸੇ ਦੇ ਟਾਈਮ ਤੇ ਮਿਲਿਆ ਤਾਂ ਉਹ ਕਾਂਗਰਸ ਪਾਰਟੀ ਸੀ। ਦੂਜੀ ਗੱਲ, ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਤੇ ਆਮ ਆਦਮੀ ਪਾਰਟੀ ਦੇ ਵੇਲੇ ਰਿਕਾਰਡ ਹਾਈ ਰੇਟ ਤੇ ਰੇਤਾ ਵਿਕਿਆ ਹੈ। ਅੱਜ ਜੇ ਆਮ ਆਦਮੀ ਪਾਰਟੀ ਕਹਿ ਰਹੀ ਹੈ ਵੀ ਅਸੀਂ 28 ਰੁਪਏ ਦੇ ਹਿਸਾਬ ਨਾਲ ਰੇਤਾ ਵੇਚਾਂਗੇ, ਇਹ ਤਾਂ ਆਪ ਐਡਮਿਟ ਕਰ ਰਹੇ ਹੈ ਵੀ ਇਹ ਤੋਂ ਜ਼ਿਆਦਾ ਹਾਈ ਰੇਟ ਕਦੇ ਮਿਲੇ ਹੀ ਨਹੀਂ ਪਹਿਲਾਂ ਰੇਤੇ ਤੇ ਦੂਜੀ ਗੱਲ, ਬੈਂਸ ਸਾਹਿਬ ਦੀ ਮੈਂ ਤੁਹਾਨੂੰ ਔਨ ਰਿਕਾਰਡ ਦਿਖਾ ਰਿਹਾ, ਆ ਬੈਂਸ ਸਾਹਿਬ ਦਾ ਬਿਆਨ ਹੈ ਤੇ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਰੇਤਾ ਅਸੀਂ ਆਪਣਾ ਇਲੀਗਲ ਮਾਈਨਿੰਗ ਘਟਾਤੀ, ਵੀ ਹੈਵ ਐਂਡਡ ਇਲੀਗਲ ਮਾਈਨਿੰਗ ਇਨ ਪੰਜਾਬ। ਆ ਬਿਆਨ ਹੈ KP ਜੀ। तो ਜਦੋਂ ਇਹ ਬਿਆਨ ਦੇਤਾ ਵੀ ਇਲੀਗਲ ਮਾਈਨਿੰਗ ਜਮਾ ਖਤਮ ਹੋ ਗਈ, ਉਹਨਾਂ ਦੋ ਬਿਆਨ ਹੈ ਖੜਿਆਲ ਸਾਹਿਬ, ਉਹਨਾਂ ਦੋ ਬਿਆਨ ਹੈ। ਇੱਕ ਬਿਆਨ ਵਿੱਚ ਉਹ ਕਹਿੰਦੇ 90% ਹੀ ਠੱਲ ਪਾਤੀ ਹੈ, ਇੱਕ ਜਿਹੜਾ ਤੁਸੀਂ ਕਹਿ ਰਹੇ ਹੋ। ਜਿਹੜਾ ਆ ਬਿਆਨ ਹੈ ਇਹ ਹੈ 28 ਮਈ 2022 ਦਾ। ਜਿਹੜਾ ਹੁਣ ਦੂਜਾ ਬਿਆਨ ਹੈ ਉਹ ਤਾਂ ਹੈ ਬਿਕੋਜ਼ ਉਹਨਾਂ ਨੂੰ ਪਤਾ ਲੱਗ ਗਿਆ ਵੀ ਜੋ ਮੈਂ ਬਿਆਨ ਦਿੱਤਾ ਸੀ ਉਹ ਗਲਤ ਹੈ, ਮੇਰਾ ਝੂਠ ਜਿਹੜਾ ਫੜਿਆ ਗਿਆ, ਤੇ ਤਾਂ ਕਰਕੇ ਆਪਦੇ ਬਿਆਨ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ। ਜੋ ਤੁਸੀਂ ਕਹਿੰਦਾ ਵੀ ਐਂਡ ਹੋ ਗਈ, ਖਤਮ ਹੋ ਗਈ ਇਲੀਗਲ ਮਾਈਨਿੰਗ, ਤੇ ਆਪਣਾ ਹੋਣੀ ਨਹੀਂ ਚਾਹੀਦੀ। ਇਹਨਾਂ ਦੇ ਦੂਜੇ ਮਿਨਿਸਟਰ ਨੇ ਹਰਜੋਤ ਬੈਂਸ ਸਾਹਿਬ ਨੂੰ ਕੰਟਰਾਡਿਕਟ ਕਰਤਾ। ਹੁਣ ਗਰੇਵਾਲ ਸਾਹਿਬ ਇੱਥੇ ਮਾਫੀ ਮੰਗਣ ਔਨ ਬਿਹਾਫ ਆਫ ਹਿਸ ਮਿਨਿਸਟਰ ਫॉर ਹੈਵਿੰਗ ਮਿਸਲੈਡ ਦ ਪੀਪਲ ਆਫ ਪੰਜਾਬ, ਤੇ ਨਾਲੇ ਇਹ ਦੱਸਣ ਵੀ ਇਹ ਝੂਠ ਜਿਹੜਾ ਹੈ ਤੁਸੀਂ ਖੁੱਲ੍ਹੇਆਮ ਸ਼ਰੇਆਮ ਬੋਲ ਰਹੇ ਹੋ। ਥਾਂ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ, ਥਾਂ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ, ਐਕਸ਼ਨ ਦਾ ਕੀ ਲੈਣਾ ਹੈ? ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਖਤਮ ਹੋ ਗਈ। ਅੱਛਾ ਦੂਜੀ ਗੱਲ, ਆਮ ਆਦਮੀ ਪਾਰਟੀ ਇਹ ਗੱਲ ਦੱਸੇ ਵੀ ਅੱਗੇ ਤੁਸੀਂ ਮਾਫੀਆ ਨੂੰ ਖਤਮ ਕਿਵੇਂ ਕਰਨਾ ਹੈ, ਕਿਉਂਕਿ ਇਲੀਗਲ ਮਾਈਨਿੰਗ ਦੀ ਪ੍ਰੋਬਲਮ ਤਾਂ ਹਰ ਇੱਕ ਦੇ ਦਿਖ ਰਹੀ ਹੈ, ਸੋਲੂਸ਼ਨ ਨਹੀਂ ਦਿਖ ਰਿਹਾ। ਇਹ ਗੱਲ ਦਾ ਗਰੇਵਾਲ ਤੋਂ ਜਵਾਬ ਲੈ ਲਓ। ਹਾਂ ਗਰੇਵਾਲ ਸਾਹਿਬ ਬੋਲੋ ਜੀ। ਪਹਿਲੀ ਗੱਲ ਤਾਂ ਸਰ, ਜੇ ਹਰਜੋਤ ਬੈਂਸ ਨੇ ਕਿਹਾ ਸੀਗਾ, ਇਹਨਾਂ ਨੂੰ ਗੱਲ ਇੱਕ ਗੱਲ ਹੀ ਸਮਝ ਆਉਂਦੀ ਕਿ ਪੋਲੀਟੀਕਲ ਪੈਟਰਨੇਜ ਖਤਮ ਹੋ ਗਈ, ਮਾਫੀ ਕਾਹਦੀ ਮੰਗੀ ਹੈ ਪੰਜਾਬੀਆਂ ਦੇ ਫਾਇਦੇ ਦੀ ਗੱਲ ਕਰਨ ਦੀ। ਯਾਰ ਜਿਹੜੀਆਂ ਦੁੱਧ ਦਹੀਂ ਦੀਆਂ ਨਦੀਆਂ ਵਹਿੰਦੀਆਂ ਸੀਗੀਆਂ ਅਕਾਲੀ ਦਲ ਵੇਲੇ, ਉਹ ਤਾਂ ਸਭ ਨੇ ਦੇਖੀਆਂ ਨੇ ਸਰ। ਇੰਨਾ ਦੁੱਧ ਦਹੀਂ ਦੀਆਂ ਨਦੀਆਂ ਵਹਿੰਦੀਆਂ ਸੀ ਪੰਜਾਬ 'ਚ, ਸੋਨੇ ਦੀਆਂ ਲਾਈਕ ਕੈਂਠੇ ਪਾ ਕੇ ਲੋਕ ਫਿਰਦੇ ਸੀ, ਸਭ ਨੇ ਦੇਖਿਆ। ਕੋਈ ਮਾਈਨਿੰਗ ਨਹੀਂ ਹੁੰਦੀ ਸੀ, ਸਭ ਨੂੰ ਪਤਾ ਕੌਣ ਕਰਾ ਰਿਹਾ ਸੀ। ਪਹਿਲੀ ਗੱਲ, ਅਕਾਲੀ ਭਾਜਪਾ ਵੇਲੇ ਇੱਕ ਵਾਕਿਆ ਦੱਸਦਾ, ਇੱਕ ਪੁਲਿਸ ਵਾਲੇ ਨੇ ਟਿੱਪਰ ਰੋਕ ਲਏ, ਭਾਜਪਾ ਮੰਤਰੀ ਨੇ ਜਦੋਂ ਹੀ ਫੋਨ ਕੀਤਾ ਉਹਨਾਂ ਨੂੰ ਕਹਿੰਦੇ ਕੀ ਗੱਲ ਕੱਲਾ ਅਕਾਲੀਆਂ ਨੂੰ ਹੱਕ ਹੈ? ਕਹਿੰਦਾ ਜੀ ਮਾਈਨਿੰਗ ਦਾ ਸਾਨੂੰ ਹੱਕ ਹੈ ਨਹੀਂ। ਉਹ ਕਹਿੰਦਾ ਜਨਾਬ ਤੁਸੀਂ ਵੀ ਵੱਡੇ ਹੋ, ਤੁਸੀਂ ਵੀ ਕਰਾ ਲਓ। ਸੋ ਗੱਲ ਇਹ ਹੈ, ਲੁੱਟ ਬਰਾਬਰ ਹੋ ਰਹੀ ਸੀ। ਜਿਹੜੇ ਰੇਟ ਕਹਿ ਰਹੇ ਆ, ਗੱਲ ਖੜ ਜਾਓ। ਮੈਂ ਬਿਲਕੁਲ ਅਕਾਲੀ ਦਲ ਕੋਲੇ ਖੜੇ ਸੀਗੇ ਜਦੋਂ ਇਹ ਗੱਲ ਕਹੀ ਹੈ। ਜਾਂ ਤਾਂ ਤੁਸੀਂ ਟਿੱਪਰ ਲਿਆ ਰਹੇ ਸੀ ਜਾਂ ਤੁਸੀਂ SHO ਸੀ, ਦੋਨਾਂ ਚੋਂ ਕੌਣ ਸੀ ਤੁਸੀਂ? ਕਲੀਅਰ ਤਾਂ ਸੁਣ ਲਿਓ ਤੁਹਾਡਾ ਸਵਾਲ। ਦੱਸਦਾ ਜਿਹੜੇ ਅਫਸਰ ਕੰਸਰਨ ਸੀ ਨਾ, ਉਹ ਅਫਸਰ ਕੰਸਰਨ ਸੀਗੇ। ਕੋਈ ਗੱਲ ਨਹੀਂ ਕਲੀਅਰ ਸਾਹਿਬ, ਉਹ ਵੀ ਦੱਸ ਦੂੰਗਾ, TV ਤੇ ਨਾਂ ਨਹੀਂ ਲਾਉਂਗਾ। ਐਂਡ ਉਹ ਬੰਦਾ ਉਹ ਸੀਗਾ ਜਿਹਨੂੰ ਜ਼ਿੰਮੇਵਾਰੀ ਮਿਲੀ ਸੀ ਇਹਨੂੰ ਰੋਕਣ ਦੀ। ਪਹਿਲੀ ਗੱਲ ਤੁਹਾਡੀ ਸਰਕਾਰ ਵੇਲੇ, ਪਹਿਲੀ ਗੱਲ। ਦੂਜੀ ਗੱਲ ਜਿਹੜੀ ਮੈਂ ਗੱਲ ਕਹਿਣੀ ਚਾਹਨਾ, ਇਹ ਗੱਲਾਂ ਕਹਿ ਰਹੇ ਜੀ ਇੰਨੇ ਰੁਪਏ। ਮੈਂ KP ਜੀ, ਜਿਹੜਾ ਮੁੱਦਾ ਇਹ ਹੈ ਕਿ ਕੀ ਹੋ ਰਿਹਾ ਸੀਗਾ ਕਿ ਕੁਝ ਤਾਕਤਵਰ ਲੋਕ ਰੇਤੇ ਤੇ ਬਜਰੀ ਦੀ ਟਰਾਂਸਪੋਰਟੇਸ਼ਨ ਤੇ ਮੋਨੋਪੋਲੀ ਬਣਾ ਕੇ ਬੈਠੇ ਸੀ। ਉਹ ਉਸ ਟਰਾਂਸਪੋਰਟੇਸ਼ਨ ਤੇ ਪੈਸੇ ਲੈਂਦੇ ਸੀਗੇ, ਅਸੀਂ ਉਸ ਟਰਾਂਸਪੋਰਟੇਸ਼ਨ ਤੇ ਸੱਟ ਮਾਰ ਰਹੇ ਹਾਂ। ਬੜੇ ਗੁੰਝਲਦਾਰ ਰੂਲਸ ਬਣਾਏ ਅਕਾਲੀ ਭਾਜਪਾ ਨੇ, ਕਾਂਗਰਸ ਨੇ ਉਹਨੂੰ ਹੋਰ ਗੁੰਝਲਾਂ ਪਈਆਂ, ਕਿਉਂਕਿ ਕਾਂਗਰਸ ਤਾਂ ਇੰਸਟੀਟਿਊਸ਼ਨਲ ਕਈ ਕਰਦੀ ਹੈ। ਅਸੀਂ ਉਹ ਗੁੰਝਲਾਂ ਨੂੰ ਸਹੀ ਕਰ, ਇਹ ਕਹਿੰਦੇ ਮਾਈਨਿੰਗ ਪਾਲਿਸੀ। ਸੁਣੋ ਮਾਈਨਿੰਗ ਪਾਲਿਸੀ ਜਿਹੜੀ ਇੱਕ ਮਿੰਟ ਖੜਿਆ ਲੈਟ ਮੀ ਫਿਨਿਸ਼। ਹਾਈ ਕੋਰਟ ਨੇ ਜਿਹੜੀ ਮਾਈਨਿੰਗ ਪਾਲਿਸੀ ਤੇ ਠੱਲ ਲਾਈ ਸੀ, ਅਸੀਂ ਮਾਨਯੋਗ ਸੁਪਰੀਮ ਕੋਰਟ ਕੋਲ ਗਏ, ਅਸੀਂ ਪ੍ਰੋਵੀਜ਼ਨਸ ਨਾਲ ਚਾਲੂ ਕਰਵਾਈ। ਫਰਵਰੀ ਮਾਰਚ ਜਦੋਂ ਤੁਹਾਡੀਆਂ ਬਣਾਈਆਂ ਮਾਈਨਿੰਗ ਪਾਲਿਸੀਆਂ ਰੱਦ ਹੋਣਗੀਆਂ, ਸਾਡੀ ਆਊਗੀ, ਤੁਹਾਨੂੰ ਪਤਾ ਲੱਗ ਜੂ। ਤੱਥ ਹੀ ਲੁੱਟਾਂ ਉਦੋਂ ਵੀ ਨਹੀਂ ਕਰਨ ਦਿੰਦੇ। ਸਵਾਲ ਦਾ ਜਵਾਬ ਦੇ ਦਿਓ, ਫਿਰ ਮੈਂ ਬਾਕੀ ਮਾਨਾ ਕੋਲ ਵੀ ਜਾਣਾ। ਗਰੇਵਾਲ ਸਾਹਿਬ, ਜਦੋਂ ਇਹਨਾਂ ਦੀ ਬਣਾਈ ਮਾਈਨਿੰਗ ਪਾਲਿਸੀ ਰੱਦ ਹੋ ਗਈ, ਤੁਸੀਂ ਕਿਹੜੇ ਰੇਟ ਤੇ ਲੋਕਾਂ ਨੂੰ ਘਰੇ ਰੇਤਾ ਦੇ ਦੋਗੇ? ਮੇਰਾ ਫਿਰ ਸਵਾਲ ਇਹਨਾਂ 14 ਤੋਂ 15 ਰੁਪਏ ਹਰਜੋਤ ਬੈਂਸ ਨੇ ਅੱਜ ਕਿਹਾ, that will be the beginning। ਸਾਡਾ aim will be to bring it lower। Why? Because demand and supply ਹੁੰਦੀ ਹੈ। ਲੱਖ ਮੈਟ੍ਰਿਕ ਟਨ ਦੀ ਲੋੜ ਆ ਸੀ। 2 ਲੱਖ ਇਲੈਕਸ਼ਨ ਤੋਂ ਪਹਿਲਾਂ ਕੀ ਕਿਹਾ ਸੀ ਗਰੇਵਾਲ ਸਾਹਿਬ? ਇਲੈਕਸ਼ਨ ਤੋਂ ਪਹਿਲਾਂ ਕੀ ਕਿਹਾ ਸੀ? ਕਿਹਾ ਸੀ ਕਿ ਪੁਸ਼ਤ ਪਨਾਹੀ ਨਸ਼ਿਆਂ ਦੀ,
ਬੇਅਦਬੀ ਕਰਨ ਵਾਲਿਆਂ ਦੀ, ਮਾਈਨਿੰਗ ਗਲਤ ਕਰਨੀ, ਪੁਸ਼ਤ ਪਨਾਹੀ ਬੰਦ ਹੋਊਗੀ, ਪੁਸ਼ਤ ਪਨਾਹੀ ਬੰਦ ਹੋਊਗੀ, ਪੁਸ਼ਤ ਪਨਾਹੀ ਬਿਲਕੁਲ ਬੰਦ ਹੋਗੀ। ਇਹਨਾਂ ਦੇ ਕੰਮ ਹੀ ਨਹੀਂ। ਚਲੋ ਠੀਕ ਹੈ। ਚੰਨੀ ਸਾਹਿਬ ਇੱਕ ਮਿੰਟ, ਖੜਿਆਲ ਸਾਹਿਬ ਇੱਕ ਮਿੰਟ ਪਲੀਜ਼, ਚੰਨੀ ਸਾਹਿਬ ਪਲੀਜ਼। ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਪਿਛਲੀ ਬੀਜੇਪੀ ਅਕਾਲੀ ਦੇ ਸਰਕਾਰ ਵਿੱਚ ਮਾਫੀਆ ਚੱਲ ਰਿਹਾ ਸੀ। ਮੈਂ ਗਰੇਵਾਲ ਸਾਹਿਬ ਤੁਹਾਡੇ ਸਾਹਮਣੇ ਇੱਕ ਮੈਂ ਰਿਪੋਰਟ ਰੱਖਣ ਲੱਗਿਆ, ਇਹ 5 ਸਤੰਬਰ ਦਾ ਟ੍ਰਿਬਿਊਨ ਦੀ ਰਿਪੋਰਟ ਹੈ। ਉਹਦੇ ਵਿੱਚ ਕਿਹਾ ਗਿਆ ਕਿ ਮੌਨਸੂਨ ਦੇ ਮੌਸਮ 'ਚ ਜਦੋਂ ਟੋਟਲ ਬੈਨ ਸੀ ਤਾਂ ਉਦੋਂ ਪਿੰਡੀ, ਸੈਦਾ, ਲੋਪੋਕੇ, ਅਜਨਾਲਾ, ਰਮਦਾਸ, ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਕਪੂਰਥਲਾ, ਜਲੰਧਰ, ਫਾਜ਼ਿਲਕਾ, ਇਹ ਸਾਰੇ ਜ਼ਿਲ੍ਹਿਆਂ ਵਿੱਚ ਸ਼ਰੇਆਮ ਉੱਥੇ ਮਾਈਨਿੰਗ ਹੋਈ, ਜਿਸ ਦੇ ਕਾਰਨ ਕਈ ਲਿੰਕ ਸੜਕਾਂ ਧੱਸ ਗਈਆਂ। ਦੱਸੋ ਕੌਣ ਜ਼ਿੰਮੇਵਾਰ ਹੈ? ਬਿਲਕੁਲ ਧੱਸ ਗਈਆਂ। ਮਾਫੀਆ, ਇਹ ਮਾਫੀਆ ਕਿਹਦਾ ਸੀ? ਇਹਨੂੰ ਕਿਹਦੀ ਪੈਟਰੋਨਾਈਜ਼ ਸੀ? ਕਿਹੜੇ ਸਿਆਸੀ ਬੰਦਿਆਂ ਨੇ ਇਹਨਾਂ ਨੂੰ ਪੈਟਰੋਨਾਈਜ਼ ਸੀ? ਇਹਦਾ ਜਵਾਬ ਦਿਓ। 500 ਕੇਸ ਦਰਜ ਕੀਤਾ ਸਰ, ਕੜੇ ਰੂਲ ਲਿਆਂਦੇ, ਬਾਰਡਰ ਖਾ ਗਏ, ਪੁਲ ਸਿੱਟ ਤੇ ਇੱਕ ਫਾੜ ਆ ਗਏ ਪੰਜਾਬ 'ਚ। ਗਰੇਵਾਲ ਸਾਹਿਬ ਤੁਸੀਂ ਇੱਕ ਦੂਜੇ ਤੋਂ ਜੋ ਮਰਜ਼ੀ ਇਲਜ਼ਾਮ ਲਾਈ ਜਾਓ। ਇੱਕ ਮਿੰਟ ਚੰਨੀ ਸਾਹਿਬ, ਤੁਸੀਂ ਇੱਕ ਦੂਜੇ ਤੋਂ ਜੋ ਮਰਜ਼ੀ ਇਲਜ਼ਾਮ ਲਾਈ ਚਲੋ। ਇੱਕ ਮਿੰਟ ਸੁਣ ਤਾਂ ਲਓ ਨਾ ਸਰ। ਇੱਕ 10 ਸਕਿੰਟ ਦਿਓ ਜੀ ਮੈਨੂੰ। ਇੱਕ ਰਿਪੋਰਟ ਹੋ ਰਿਹਾ ਹੈ ਕਿ ਇਹਨਾਂ ਦਿਨਾਂ ਵਿੱਚ ਜੋ ਮਾਈਨਿੰਗ ਹੁੰਦੀ ਸੀ ਸਵੇਰ ਤੋਂ ਸ਼ਾਮ ਤੱਕ, ਜਾਂ ਕਈ ਵਾਰ ਪੂਰੀ ਰਾਤ ਵੀ ਮਾਈਨਿੰਗ ਹੁੰਦੀ ਸੀ। ਬਿਲਕੁਲ ਹੁੰਦੀ ਸੀ ਪੂਰੀ ਰਾਤ ਵੀ। ਕਿਉਂ ਨਹੀਂ ਤੁਹਾਨੂੰ ਪਤਾ ਲੱਗਿਆ ਜੀ? ਚਲੋ ਚੰਨੀ ਸਾਹਿਬ ਤੁਹਾਡਾ ਸਵਾਲ ਆ ਗਿਆ। ਚੰਨੀ ਸਾਹਿਬ ਤੁਹਾਡਾ ਸਵਾਲ। 24 ਘੰਟੇ ਮਾਈਨਿੰਗ ਹੁੰਦੀ ਸੀ, ਸਰਕਾਰ ਕੀ ਕਰਦੀ ਸੀ? ਚੰਨੀ ਸਾਹਿਬ ਤੁਹਾਡਾ ਸਵਾਲ। ਗਰੇਵਾਲ ਸਾਹਿਬ ਇੱਕ ਮਿੰਟ ਰੁਕੋ ਸਰ। ਗਰੇਵਾਲ ਸਾਹਿਬ ਰੁਕੋ ਸਰ। ਆਪਾਂ ਰੈਪੀਟੀਸ਼ਨ ਕਰੀਏ ਨਾ ਸਰ, ਮੈਂ ਰੈਪੀਟੀਸ਼ਨ ਨਹੀਂ ਚਾਹੁੰਦਾ। ਗਰੇਵਾਲ ਸਾਹਿਬ ਮੈਨੂੰ ਦੱਸੋ, ਜਿਹੜੇ ਬੱਠਲ ਆਪਦੇ ਖੇਤਾਂ 'ਚੋਂ ਚੱਕਦੇ ਸੀ ਉਹਨਾਂ ਦੇ ਪਰਚੇ ਕਿਉਂ ਹੋਏ? ਸਰ ਜੀ ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ। ਦੇਖੋ, ਜਦੋਂ ਇੱਕ ਵੱਡਾ ਵਿਵਾਦ ਚੱਲ ਰਿਹਾ, ਜਿਹੜੇ ਲੋਕ ਇੰਨੇ ਸਾਲ ਦੇ ਮਾਈਨਿੰਗ ਕਰ ਰਹੇ ਆ, ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਹਰ ਚੀਜ਼ 'ਚ ਵਿਘਨ ਪਾਉਣ ਦੀ, ਖਰਾਬੀ ਕਰਨ ਦੀ ਕੋਸ਼ਿਸ਼ ਕਰਨੀ ਹੈ। ਗਰੇਵਾਲ ਸਾਹਿਬ ਮੇਰਾ ਸਵਾਲ ਆਮ ਆਦਮੀ ਦਾ ਸਰ, ਜਿਹੜੇ ਬੱਠਲ ਚੱਕਦੇ ਪਏ ਸੀ ਵਿਚਾਰੇ, ਉਹਨਾਂ ਤੇ ਪਰਚੇ ਕਿਉਂ ਹੋਏ ਸਰ? ਮੇਰੇ ਕੋਲ ਰਿਪੋਰਟਾਂ ਆਈਆਂ ਸਰ। ਗਰੇਵਾਲ ਸਾਹਿਬ हाँ बिल्कुल सही कह रहे हो, बिल्कुल सही कह रहे हो। कि हरजोत बैंस ने क्या, मान साहब ने क्या कि माइनिंग डिपार्टमेंट का सत्यानाश मारिया, नैक्सस बनाए, पुलिस ने नैक्सस बनाए, ਅਸੀਂ ਉਹ ਨੈਕਸਸ ਤੋੜ ਰਹੇ ਹਾਂ। ਸਰ ਜੀ ਇੰਨੇ ਸਾਲਾਂ ਦਾ ਸत्यानाश ਮਾਰਿਆ। ਪਰਚੇ ਵਾਪਸ ਲਓਗੇ ਗਰੇਵਾਲ ਸਾਹਿਬ? ਜਿਨ੍ਹਾਂ ਦੇ ਪਰਚੇ ਕੀਤੇ ਪਰਚੇ ਵਾਪਸ ਲਓਗੇ? ਜਿਹਦੇ ਤੇ ਵੀ ਨਜਾਇਜ਼ ਪਰਚਾ ਹੋਇਆ ਔਨ ਰਿਕਾਰਡ ਕਰ ਰਹੇ, ਜੀਤ ਤੇ ਵੀ ਨਜਾਇਜ਼ ਹੋਇਆ, ਜਿਹਦੇ ਨਾਲ ਵੀ ਧੱਕਾ ਹੋਇਆ, ਪਰਚਾ ਵਾਪਸ ਹੋਊਗਾ, ਵਾਅਦਾ ਕਰਦੇ ਹਾਂ। ਚਲੋ ਹਾਂ ਮਿਸਟਰ ਖੜਿਆਲ ਸੰਖੇਪ ਚ ਬੋਲਿਓ ਪਲੀਜ਼। ਸੰਖੇਪ ਜੀ। ਇੱਥੇ ਪਹਿਲਾਂ ਤਾਂ ਸਰਕਾਰ ਆਪਦੇ ਆਪ ਨੂੰ ਐਕਸਪੋਜ਼ ਕਰ ਗਈ ਹੈ ਡਿਬੇਟ ਦੇ ਵਿੱਚ। ਗਰੇਵਾਲ ਸਾਹਿਬ ਦਾ ਤੇ ਸਰਕਾਰ ਦਾ ਐਟੀਟਿਊਡ ਚੱਲ ਗਿਆ। ਇਹਨਾਂ ਨੂੰ ਪੁੱਛਿਆ ਗਿਆ ਵੀ ਕਿਹੜਾ ਬੰਦਾ ਇਨਵੋਲਵ ਸੀਗਾ, ਇਹ ਕਹਿੰਦੇ ਮੈਂ ਨਾਮ ਨਹੀਂ ਲਊਂਗਾ। ਇੱਥੋਂ ਪਤਾ ਲੱਗ ਗਿਆ ਵੀ ਸਰਕਾਰ ਉਹਨਾਂ ਨੂੰ ਪ੍ਰੋਟੈਕਟ ਕਰਨ ਦੀ, ਉਹਨਾਂ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਤੇ 9 ਮਹੀਨੇ ਹੋ ਗਏ। ਗਰੇਵਾਲ ਸਾਹਿਬ ਐਸੀ ਕੀ ਗੱਲ ਹੈ ਵੀ ਤੁਸੀਂ ਨਾਮ ਨਹੀਂ ਲੈਣਾ ਚਾਹੁੰਦੇ? ਨਹੀਂ ਵੀ ਨਾਮ ਲੈਣਾ ਸੀਗਾ ਤੇ ਫੜ ਕੇ ਅੰਦਰ ਦੇ ਦਿੰਦੇ ਹੁਣ ਤੱਕ। ਜੇ ਤੁਹਾਨੂੰ ਪਤਾ ਵੀ ਉਹਨੇ ਗਲਤ ਕੀਤਾ, ਉਹ ਕਲਪਰੇਟ ਹੈ, ਕੋਈ ਉਹਦੀ ਆਪਣਾ ਉਹਨੇ ਗਲਤ ਕੋਈ ਕ੍ਰਾਈਮ ਕਮਿਟ ਕੀਤਾ, ਉਹਦੇ ਬਾਵਜੂਦ ਕੋਈ ਐਕਸ਼ਨ ਨਹੀਂ। ਇੱਥੋਂ ਆਮ ਆਦਮੀ ਪਾਰਟੀ ਸਰਕਾਰ ਐਕਸਪੋਜ਼ ਹੁੰਦੀ ਹੈ। ਦੂਜੀ ਗੱਲ, ਹਾਈ ਕੋਰਟ ਨੇ ਮਲਟੀਪਲ ਟਾਈਮਸ ਇਹਨਾਂ ਨੂੰ ਫਟਕਾਰ ਲਾਈ ਹੈ, ਮਲਟੀਪਲ ਟਾਈਮਸ ਮਾਈਨਿੰਗ ਦੇ ਇਸ਼ੂ ਨਾਲ, ਕੋਈ ਕਦੇ ਕੀਤੇ ਤੇ ਇੱਥੋਂ ਤੱਕ ਇਹ ਵੀ ਕਿਹਾ ਗਿਆ ਵੀ ਜਿਹੜੇ ਲੇਟ ਡਾਊਨ ਰੂਲਸ ਹੈ ਟਰਮੀਨੇਸ਼ਨ ਨੂੰ ਲੈ ਕੇ, ਕੰਟਰੈਕਟਸ ਨੂੰ, ਉਹ ਵੀ ਨਹੀਂ ਆਮ ਆਦਮੀ ਪਾਰਟੀ ਤੋਂ ਫੋਲੋ। ਜਿੱਥੋਂ ਤੱਕ ਫਾਲਸ ਕੇਸਿਸ ਦੀ ਗੱਲ ਹੈ, ਜਿਹੜੀ ਆਮ ਆਦਮੀ ਪਾਰਟੀ ਦੀ ਪੁਰਾਣੀ ਲੀਡਰ ਵੀ ਸੀਗੀ ਨਾ, ਟੀਨਾ ਚੌਧਰੀ, ਤੋਂ ਕਾਂਗਰਸ ਦੇ ਵਿੱਚ ਹੈ, ਸਪੋਕਸਪਰਸਨ ਹੈ, ਉਹਦੇ 2 ਪਰਚੇ ਕਰਾਏ ਇਹਨਾਂ ਨੇ, ਉਹ ਵੀ ਫਾਲਸਲੀ ਉਹਦੇ ਕੇਸ ਦਰਜ ਕੀਤੇ ਗਏ। ਉਹਦੀ ਜ਼ਮਾਨਤ ਮੈਂ ਕਰਵਾਈ ਹਾਈ ਕੋਰਟ ਚੋਂ। ਤੇ ਗਰੇਵਾਲ ਸਾਹਿਬ ਜੇ ਕਹਿ ਰਹੇ ਵੀ ਕੋਰਸ ਕਰਾਵਾਂਗੇ ਜਾਂ ਪਰਚੇ ਖਾਰਜ ਕਰਾਵਾਂਗੇ ਉਹਨਾਂ ਦੇ, ਤੇ ਦੱਸਣ ਗਰੇਵਾਲ ਸਾਹਿਬ ਵੀ ਕਿਹੜੀ ਤਰੀਕ ਤੱਕ ਖਾਰਜ ਹੋਣਗੇ, ਡਿਬੇਟ ਤੇ ਜਵਾਬ ਦੇਣ। 2 ਚੀਜ਼ਾਂ ਪੁੱਛ ਲਿਓ, ਇੱਕ ਤਾਂ ਪ੍ਰੋਟੈਕਟ ਕਿਉਂ ਕਰ ਰਿਹਾ ਹੈ, ਤੇ ਦੂਜਾ ਟਾਈਮ ਆਊਟ ਤਰੀਕੇ ਨਾਲ ਕਦੋਂ ਤੱਕ ਖਾਰਜ ਕਰ ਦੇਣਗੇ ਕੇਸਿਸ। ਗਰੇਵਾਲ ਸਾਹਿਬ ਨਜਾਇਜ਼ ਪਰਚੇ ਕਦੋਂ ਰੱਦ ਹੋ ਜਾਣ? ਪਹਿਲੀ ਗੱਲ, ਮੈਂ ਅਫਸਰ ਦਾ ਕਿਹਾ ਸੀ, ਅਫਸਰ ਦਾ ਨਾਮ ਮੈਂ ਕਦੇ ਨਹੀਂ ਲਊਂਗਾ। ਪਹਿਲੀ ਗੱਲ, ਪੰਜਾਬ 'ਚ ਕੌਣ ਇਲੀਗਲ ਮਾਈਨਿੰਗ ਕਰਦਾ ਸਭ ਨੂੰ ਪਤਾ। ਦੂਜੀ ਗੱਲ, ਮੈਂ ਕਿਸੇ ਇੰਡੀਵਿਜੂਅਲ ਕੇਸ ਤੇ ਗੱਲ ਨਹੀਂ ਕਰੂੰਗਾ, ਪਰ ਮੈਂ ਇਹ ਜ਼ਰੂਰ ਕਹੂੰਗਾ, ਜਿੱਥੇ ਕਿਸੇ ਕਿਸਾਨ ਦੇ ਆਪਣੇ ਖੇਤ 'ਚੋਂ ਚੱਕਣ ਤੇ ਮਾਈਨਿੰਗ ਵਾਲਿਆਂ ਨੇ, ਪੁਲਿਸ ਨੇ ਰਲ ਕੇ ਮਿਲੀ ਭੁਗਤ ਨਾਲ ਕਿਸੇ ਨੂੰ ਖਰਾਬ ਕੀਤਾ ਜਾਂ ਮਾਈਨਿੰਗ ਮਾਫੀਆ ਨੇ ਖਰਾਬ ਕੀਤਾ, ਉਹਦੇ ਤੇ ਅਸੀਂ ਵਾਅਦਾ ਕਰਦੇ ਹਾਂ ਜੀ, ਬੈਂਸ ਸਾਹਿਬ ਵਾਅਦਾ ਕਰਦੇ ਆ, ਅਸੀਂ ਉਹਦੇ ਤੇ ਜਾਂਚ ਕਰਾਂਗੇ। ਸੈਕੰਡਲੀ ਇੱਕ ਗੱਲ ਹੋਰ, KP ਜੀ, ਇਹਨਾਂ ਨੇ ਇੱਕ ਰਿਸਪੌਂਸ ਨੂੰ, ਇੱਕ ਪੰਜਾਬ ਦੀ ਧਰੋਹਰ ਨੂੰ ਆਪਣੀਆਂ ਜੇਬਾਂ ਗਰਮ ਕਰਨ ਦਾ ਜ਼ਰੀਆ ਬਣਾਇਆ। ਹੁਣ ਪਾਲਾ ਇਹ ਮਾਰ ਰਿਹਾ ਕਿ ਉਹ ਜ਼ਰੀਆ ਬੰਦ ਹੋ ਰਿਹਾ, ਜਾਨ ਤਾਂ ਨਿਕਲੀ ਹੋਈ ਹੈ, ਹੋਰ ਕੋਈ ਗੱਲ ਨਹੀਂ ਹੈ। ਠੀਕ। ਚਲੋ ਮੈਂ ਇੱਕ ਹੋਰ ਛੋਟਾ ਬ੍ਰੇਕ ਲੈ ਲਵਾਂ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂ ਕਿ
ਜਾਨ ਕਿੰਦੀ ਕਿਉਂ ਨਿਕਲਦੀ ਪਈ ਹੈ, ਖਨਨ ਮਾਫੀਆ ਹੈ ਜਾਂ ਨਹੀਂ ਹੈ, ਉਹਨੂੰ ਪੋਲੀਟੀਕਲ ਸ਼ੈਲਟਰ ਹੈ ਕਿ ਨਹੀਂ ਹੈ, ਇਹਨਾਂ 'ਤੇ ਬਹੁਤ ਡਿਬੇਟਸ ਹੋ ਗਈਆਂ। ਮੇਰਾ ਸਵਾਲ ਫਿਰ ਇਹੀ ਹੈ, ਆਮ ਆਦਮੀ ਨੂੰ ਰੇਤ ਬਜਰੀ ਕਿਹੜੇ ਭਾਅ ਮਿਲੇਗੀ, ਕਿਉਂਕਿ ਸਵਾਲ ਆਮ ਆਦਮੀ ਦਾ। ਵਾਪਸ ਆ ਰਿਹਾ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ ਕਿ ਰੇਤ ਬਜਰੀ ਦੇ ਸਰਕਾਰੀ ਵਿਕਰੀ ਕੇਂਦਰ ਨਾਲ ਆਮ ਆਦਮੀ ਦੀ ਲੁੱਟ ਮੁੱਕੇਗੀ। ਚੰਨੀ ਸਾਹਿਬ, ਤੁਸੀਂ ਵੱਡੀਆਂ ਰਿਪੋਰਟਾਂ ਚੱਕੀਆਂ ਜੀ ਸਰ, ਅਖਬਾਰਾਂ 'ਚ ਲੱਗੀਆਂ ਹੋਈਆਂ। ਚੰਨੀ ਸਾਹਿਬ, ਹੱਲ ਤਾਂ ਦੱਸ ਦਿਓ ਨਾ ਕੀ ਹੈ ਜੀ। ਇਹ ਆਪਾਂ ਮਾਫੀਆ ਤੇ ਸਾਰੀ ਪੋਲਿਟਿਕਸ ਹੋ ਰਹੀ ਆ। ਉਹ ਕਹਿੰਦੇ ਤੁਹਾਡੇ ਵੇਲੇ ਮਾਫੀਆ ਸੀ, ਤੁਸੀਂ ਕਹਿੰਦੇ ਹੋ ਕਾਂਗਰਸ ਵੇਲੇ ਮਾਫੀਆ ਸੀ, ਹੁਣ ਕਾਂਗਰਸ ਵਾਲੇ ਕਹਿੰਦੇ ਆਮ ਆਦਮੀ ਪਾਰਟੀ ਵੇਲੇ ਮਾਫੀਆ। ਸਰ, ਆਮ ਆਦਮੀ ਦੀ ਕਿਤੇ ਗੱਲ ਹੀ ਨਹੀਂ ਹੋ ਰਹੀ। ਹੱਲ ਤਾਂ ਦੱਸ ਦਿਓ ਨਾ, ਆਮ ਆਦਮੀ ਤੱਕ ਰੇਤਾ ਕਿੰਨੇ ਰੁਪਏ ਤੱਕ ਪਹੁੰਚ ਸਕਦਾ। ਚੰਨੀ ਸਾਹਿਬ, ਮੈਨਿੰਗ ਹੋ ਰਹੀ ਹੈ, ਇਹ ਵੀ ਦੱਸਤਾ। ਬਾਕੀ ਗੱਲ ਜਿਹੜੀ ਹੈ ਰੇਟ ਦੀ ਹੈ, ਇਹ ਪਹਿਲੀ ਗੱਲ ਤਾਂ ਇਹਨਾਂ ਨੂੰ ਹਾਲ ਤੱਕ ਇਹਨਾਂ ਨੇ ਕਲੀਅਰ এনवायरमेंट ਕਲੀਅਰ ਸਰਟੀਫਿਕੇਟ ਹੀ ਨਹੀਂ ਲਏ ਇਹਨਾਂ ਨੇ। ਸਰਕਾਰ ਪਹਿਲਾਂ ਆਪਣੀਆਂ ਫਾਰਮੈਲਿਟੀਆਂ ਪੂਰੀਆਂ ਕਰੇ। ਇਹਨਾਂ ਨੇ ਖੱਡਾਂ ਸ਼ੁਰੂ ਕੀਤੀਆਂ, ਹਾਈ ਕੋਰਟ ਨੇ ਰੋਕ ਦਿੱਤੀਆਂ। ਦੱਸੋ ਕਿਹਦਾ ਕਸੂਰ ਹੈ ਇਹ? ਚੰਨੀ ਸਾਹਿਬ ਜੇ ਤੁਹਾਨੂੰ ਲੱਗਦਾ, ਚੰਨੀ ਸਾਹਿਬ ਤੁਸੀਂ ਬੜੇ ਦਾਅਵੇ ਨਾਲ ਠੋਕ ਵਜਾ ਕੇ ਕਹਿ ਰਹੇ এনवायरमेंट ਕਲੀਅਰੈਂਸ ਸਰਟੀਫਿਕੇਟ ਇਹਨਾਂ ਨਹੀਂ ਲਿਆ, ਇਹਨਾਂ ਖਿਲਾਫ ਕੋਰਟ ਚਲ ਜਾਓ ਨਾ ਸਰ। ਕਿਉਂ ਨਹੀਂ ਲੈਂਦੇ ਪਏ ਸਰਟੀਫਿਕੇਟ? ਇਹ ਨਜਾਇਜ਼ ਕਰਦੇ ਪਏ ਕੰਮ, ਇਹ ਸਰਕਾਰ ਨਜਾਇਜ਼ ਕੰਮ ਕਰਦੀ ਪਈ ਹੈ। ਚੰਨੀ ਸਾਹਿਬ, ਹਾਈ ਕੋਰਟ ਨੇ ਕਿਹਾ ਜੀ ਅਸੀਂ ਤਾਂ ਹਾਈ ਕੋਰਟ ਤਾਂ ਜਾਈਏ, ਹਾਈ ਕੋਰਟ ਨੂੰ ਨਾ ਪਤਾ ਹੋਵੇ। ਹਾਈ ਕੋਰਟ ਨੇ ਖੁਦ ਇਹਨਾਂ ਨੇ ਸਰਕਾਰੀ ਵਿਕਰੀ ਕੇਂਦਰ ਖੋਲਿਆ। ਚੰਨੀ ਸਾਹਿਬ, ਮੈਨੂੰ ਤਾਂ ਸਮਝਾ ਦਿਓ ਨਾ ਸਰ, ਉਹ ਕਲੀਅਰੈਂਸ ਸਰਟੀਫਿਕੇਟ ਲੈ ਕੇ ਖੋਲਿਆ ਜਾਂ ਨਹੀਂ ਖੋਲਿਆ? ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਖੋਲਿਆ ਜਾਂ ਨਹੀਂ ਖੋਲਿਆ? ਉਹ ਸਰਟੀਫਿਕੇਟ ਦੀ ਲੋੜ ਨਹੀਂ ਨਾ ਹੈ ਜੀ। ਹਾਂ, ਇਹ ਮੈਨਿੰਗ ਨਹੀਂ ਨਾ ਕਰ ਰਹੇ ਹੁਣ, ਇਹ ਤਾਂ ਬਾਹਰੋਂ ਲਿਆ ਕੇ ਵੇਚ ਰਹੇ ਤੇ ਵਪਾਰੀ ਬਣ ਗਏ। ਇਹ 28 ਰੁਪਏ ਮੈਨੂੰ ਦੱਸੋ ਜਿਹੜਾ ਰੇਟ ਰੱਖਿਆ ਇਹਨਾਂ ਨੇ ਆਪ ਨਹੀਂ ਖੱਡਾ ਚਲਾਉਣੀਆਂ। ਚੰਨੀ ਸਾਹਿਬ, ਮੈਂ ਤਾਂ ਕਨਫਿਊਜ਼ ਸੀ ਇਸੇ ਮਾਮਲੇ 'ਚ। ਇਹਨਾਂ ਨੇ ਆਪ ਨਹੀਂ ਖੱਡਾ ਚਲਾਉਣੀਆਂ, ਇਹ ਟ੍ਰੇਡ ਕਰ ਰਹੇ ਨੇ ਬਾਹਰੋਂ ਲਿਆ ਕੇ ਜੀ। ਅੱਛਾ ਠੀਕ ਹੈ। ਮੈਂ ਗਰੇਵਾਲ ਸਾਹਿਬ, ਖੱਡਾ ਤੁਸੀਂ ਆਪ ਨਹੀਂ ਚਲਾ ਰਹੇ, ਇਹ ਬਾਹਰੋਂ ਲਿਆਉਣੀ ਰੇਤਾ ਬਜਰੀ, ਉੱਥੋਂ ਵੇਚਣੀ ਹੈ ਬਸ। ਔਰ ਸਰ ਜੀ, ਮੈਨੂੰ ਨਹੀਂ ਪਤਾ ਇਹਨਾਂ ਦੀ ਕਿੱਥੋਂ ਜਾਣਕਾਰੀ ਆ ਰਹੀ ਹੈ। ਤੁਸੀਂ ਜੇ ਗਲਤ ਕਰ ਰਹੇ ਹੋ, ਤੁਸੀਂ ਐਂ ਕਰੋ ਜੀ, ਤੁਸੀਂ ਹਾਈ ਕੋਰਟ ਜਾ ਕੇ ਸਾਡੇ ਖਿਲਾਫ ਬੋਲ ਦਿਓ, ਮਾਨਯੋਗ ਸੁਪਰੀਮ ਕੋਰਟ ਪਰਮਿਸ਼ਨ ਕਰੋ। ਮੈਨੂੰ ਇਹ ਗੱਲ ਦਾ ਜਵਾਬ ਦੇ ਵੀ ਕਿੱਥੋਂ ਲਿਆ ਰਹੇ ਹੋ ਤੁਸੀਂ? ਉਹ ਸਵਾਲ ਬੜਾ ਉਹਨਾਂ ਦਾ ਵਾਜਬ ਹੈ ਗਰੇਵਾਲ ਸਾਹਿਬ, ਉਹ ਸਵਾਲ ਵਾਜਬ ਪੁੱਛਦੇ ਪਏ ਹੋ ਕਿ ਤੁਸੀਂ ਬਾਹਰੋਂ ਲਿਆ ਕੇ ਰੇਤਾ ਬਜਰੀ ਵੇਚਣੀ ਹੈ ਜਾਂ ਆਪ ਇੱਥੇ ਖੱਡਾ ਚਲਾਉਣੀਆਂ? ਸਰ ਜੀ, ਬਿਲਕੁਲ ਪੰਜਾਬ ਸਰਕਾਰ ਖੱਡਾਂ ਚਲਾਊਗੀ। ਪੰਜਾਬ ਦੀ ਧਰੋਹਰ। ਦੱਸੋ ਜੀ। ਇੱਕ ਮਿੰਟ ਚੰਨੀ ਸਾਹਿਬ ਸੁਣ ਲਈਏ ਸਰ। ਚੰਨੀ ਸਾਹਿਬ ਸੁਣ ਲਈਏ, ਤੁਹਾਡਾ ਸਵਾਲ ਲੈ ਰਹੇ ਸਰ। ਚੰਨੀ ਸਾਹਿਬ, ਤੁਹਾਡਾ ਸਵਾਲ ਲੈ ਰਹੇ ਸਰ। ਹਾਂ ਗਰੇਵਾਲ ਸਾਹਿਬ, ਮੈਨੂੰ ਪਤਾ ਨਹੀਂ ਕਿ ਬੜੀ ਗੰਦੀ ਆਦਤ ਹੁੰਦੀ ਹੈ ਕਿਸੇ ਨੂੰ ਟੋਕਣ ਦੀ। ਮੈਨੂੰ ਗੱਲ ਕਰਨ ਦਿਓ ਪਲੀਜ਼। ਮੈਂ ਇੱਕ ਬੇਨਤੀ ਕਰ ਰਿਹਾ, ਪੰਜਾਬ ਦੀ ਧਰੋਹਰ ਹੈ, ਪੰਜਾਬ ਦੀ ਧਰੋਹਰ ਪੰਜਾਬ ਦੇ ਲੋਕਾਂ ਦਾ ਹੱਕ ਬਣਦਾ, ਉਹਨਾਂ ਨੂੰ ਮਿਲੂਗੀ। ਜਿਹੜੀਆਂ ਇੰਨੇ ਸਾਲਾਂ ਦੀਆਂ ਲੁੱਟਾਂ ਚੱਲ ਰਹੀਆਂ, ਜੇ ਸਰਕਾਰ ਵੇਚ ਰਹੀ ਹੈ। ਗਰੇਵਾਲ ਸਾਹਿਬ, এনवायरमेंट ਕਲੀਅਰੈਂਸ ਸਰਟੀਫਿਕੇਟ ਤੁਸੀਂ ਲਿੱਤਾ ਹੋਇਆ, ਪਹਿਲਾ ਸਵਾਲ। ਦੂਜਾ ਸਵਾਲ, ਖੱਡਾ ਤੁਸੀਂ ਆਪ ਚਲਾਓਗੇ ਸਰਕਾਰੀ ਵਿਕਰੀ ਕੇਂਦਰ ਤੋਂ? ਬੋਲੋ। ਬਿਲਕੁਲ ਸਰਕਾਰ ਚਲਾਏਗੀ। এনवायरमेंटल ਕਲੀਅਰੈਂਸ ਸਰਟੀਫਿਕੇਟ ਦਾ ਜਿਹੜਾ ਮੁੱਦਾ ਸੁਣੋ, ਦੈਟ ਇਜ਼ ਪੀਸਮੀਲ। ਉਹ ਬਲੈਂਕਟ ਨਹੀਂ ਹੈ, ਉਹ ਬਲੈਂਕਟ ਨਹੀਂ ਹੈ ਕਿ ਸਾਰੀਆਂ ਦਾ ਨਹੀਂ ਮਿਲਿਆ। ਉੱਥੇ ਪੀਸਮੀਲ ਹੈ। ਕੁਝ ਖੱਡਾਂ ਦੀ ਪ੍ਰੋਬਲਮ ਹੈ, ਕੁਝ ਪਰਸੈਂਟੇਜ ਦੀ ਪ੍ਰੋਬਲਮ ਹੈ। ਉਹ ਪਰਸੈਂਟੇਜ ਦੀ ਪ੍ਰੋਬਲਮ ਸੋਲਵ ਹੋ ਜਾਏਗੀ। ਐਂਡ ਉਹ ਵੀ ਪ੍ਰੋਬਲਮ ਤਾਂ ਆ ਰਹੀ ਹੈ ਕਿਉਂਕਿ ਜਿਹੜੀਆਂ ਪਾਲਿਸੀਆਂ ਪਿੱਛੇ 25 ਸਾਲਾਂ ਤੋਂ ਪਰਸੂ ਹੋ ਰਹੀਆਂ ਸੀਗੀਆਂ, ਉਹਨਾਂ ਨੇ ਇਹਨਾਂ ਨੂੰ ਜਾਣ ਕੇ ਬੰਨਿਆ ਸੀ ਤਾਂ ਕਿ ਲੋਕਾਂ ਦੀ ਲੁੱਟ ਕੀਤੀ ਜਾ ਸਕੇ। ਇਹਨੂੰ ਬੰਦ ਕਰਾਂਗੇ ਸਰ, ਸਰਕਾਰ ਵੇਚੇਗੀ। ਕੇਂਦਰ ਡਿੱਕਾ ਤਾਂ ਨਹੀਂ ਪਾਉਂਦੀ ਗਰੇਵਾਲ ਸਾਹਿਬ ਤੁਹਾਨੂੰ ਇਹ ਕਲੀਅਰੈਂਸ ਸਰਟੀਫਿਕੇਟ ਦੇਣ ਦੇ ਵਿੱਚ, ਜਾਂ ਕੋਈ ਹੋਰ ਜਿਹੜਾ ਤੁਸੀਂ ਸਿੰਗਲ ਵਿੰਡੋ ਸਿਸਟਮ ਚਾਹੁੰਦੇ ਹੋ ਉਹਦੇ ਵਿੱਚ ਕੇਂਦਰ ਤਾਂ ਕੋਈ ਡਿੱਕਾ ਨਹੀਂ ਪਾਉਂਦੀ? ਜੀ, ਜਿੱਥੇ ਵੀ ਨੈਸ਼ਨਲ ਸਿਕਿਉਰਿਟੀ ਦਾ ਮੁੱਦਾ ਹੈ, ਜਿੱਥੇ ਵੀ ਬਾਰਡਰ ਦੀ ਗੱਲ ਹੈ, ਅਸੀਂ ਸਰਕਾਰ ਦੇ ਨਾਲ ਹਾਂ। ਸਾਡਾ ਦੇਸ਼ ਹੈ, ਅਸੀਂ ਦੇਸ਼ ਦੀ ਸੁਰੱਖਿਆ ਲਈ ਖੜੇ ਹਾਂ। ਪਰ ਜੇ ਕੇਂਦਰ ਕੁਝ ਵੀ ਜੈਨੂਇਨ ਕੰਮ 'ਚ ਵਿਘਨ ਪਾਏਗੀ, ਉਦੋਂ ਮਾਨਯੋਗ ਅਦਾਲਤਾਂ ਦੇ ਸਾਨੂੰ ਪੂਰਾ ਯਕੀਨ ਹੈ, ਅਦਾਲਤਾਂ ਪੰਜਾਬ ਦੇ ਲੋਕਾਂ ਦੇ ਹੱਕ ਬਚਾ ਕੇ ਰੱਖਣਗੀਆਂ। ਹਾਂ ਮਿਸਟਰ ਖੜਿਆ, ਲਾਸਟ ਕਮੈਂਟ ਫਟਾਫਟ ਪਲੀਜ਼। ਆਮ ਆਦਮੀ ਪਾਰਟੀ ਦਾ ਕਹਿਣਾ ਸੀਗਾ ਕਿ ਕੁਝ ਵੀ ਕਰਨ ਲਈ ਨਾ ਸਿਰਫ ਨੀਅਤ ਦੀ ਜ਼ਰੂਰਤ ਹੁੰਦੀ ਹੈ। ਪੋਲਿਟਿਕਸ ਦੇ ਵਿੱਚ ਕੁਝ ਵੀ ਕਰ ਸਕਦੇ ਹੋ। ਅੱਜ ਜੇ ਆਮ ਆਦਮੀ ਪਾਰਟੀ ਫੇਲ ਹੋਈ ਹੈ ਇਲੀਗਲ ਮਾਈਨਿੰਗ ਨੂੰ ਕੰਟਰੋਲ ਕਰਨ ਦੇ ਵਿੱਚ, ਖਤਮ ਕਰਨ ਦੇ ਵਿੱਚ, ਉਹ ਤਾਂ ਹੋਈ ਹੈ ਬਿਕੋਜ਼ ਨੀਅਤ ਦੀ ਕਮੀ ਹੈ। ਦੂਜਾ, ਇਹ ਕਹਿ ਰਿਹਾ ਵੀ ਅਸੀਂ ਸੇਲ ਆਪ ਕਰਾਂਗੇ। ਮੈਂ ਇੱਕ ਗੱਲ ਤੁਹਾਨੂੰ ਸਿੰਪਲ ਦੱਸੀ, ਗਰੇਵਾਲ ਸਾਹਿਬ, ਵੀ ਬੰਦਾ ਫਰੀਦਕੋਟ ਤੋਂ ਜੇ ਆ ਕੇ ਮੋਹਾਲੀ ਤੋਂ ਲੈ ਕੇ ਜਾਊਗਾ ਤਾਂ ਉਹਦਾ ਖਰਚਾ ਜਿਹੜਾ ਡਬਲ ਹੋ ਜਾਣਾ। ਤੇ ਜੇ ਸਰਕਾਰ ਕੌਨਫੀਡੈਂਟ ਹੁੰਦੀ ਨਾ ਇਸ ਮੈਥਡ ਨੂੰ ਲੈ ਕੇ, ਤਾਂ ਇਕੱਠੇ ਤੁਸੀਂ 9-10 ਸੈਂਟਰ ਖੋਲਦੇ। ਤੁਸੀਂ ਆਪ ਟੈਸਟ ਐਂਡ ਟ੍ਰਾਇਲ ਕਰਨਾ ਚਾਹ ਰਹੇ ਹੋ। ਤੀਜੀ ਗੱਲ, ਇਹ ਕਲੀਅਰੈਂਸ ਵਾਲੀ ਜਿਹੜੀ এনवायरमेंट ਕਲੀਅਰੈਂਸ ਵਾਲੀ ਗੱਲ ਹੈ, ਕੇਪੀ ਜੀ, ਇਹਨਾਂ ਨੇ ਨਾ ਹਾਈ ਕੋਰਟ ਦੇ ਵਿੱਚ ਕੇਸ ਫਾਈਲ ਕੀਤਾ ਕਿ এনवायरमेंट ਕਲੀਅਰੈਂਸ ਦੀ ਜ਼ਰੂਰਤ ਹੀ ਨਾ ਪਵੇ। ਹਾਈ ਕੋਰਟ ਨੇ ਨਾਲੇ ਤਾਂ ਵਿਡਰਾਅ ਕਰਵਾਇਆ ਤੇ ਨਾਲੇ ਆਮ ਆਦਮੀ ਪਾਰਟੀ ਭੁੱਲ ਗਈ ਹੈ ਵੀ ਕਿੰਨੀ ਕੁ ਵਾਰੀ ਜਾ ਕੇ ਇਹਨਾਂ ਨੂੰ ਰਿਫਿਊਜ਼ਲਸ, ਡਿਸਮਿਸਲਸ, ਫਟਕਾਰਾ ਲੱਗ ਚੁੱਕਿਆ। ਹੁਣ ਤਾਂ ਸਬਕ ਲੈ ਲਓ,
ਹੁਣ ਤਾਂ ਉਹ ਜਿਹਾ ਕੋਈ ਕੰਮ ਕਰ ਲਓ ਜਿਹਦੇ ਨਾਲ ਤੁਹਾਨੂੰ ਅਪਰੀਸ਼ੀਏਟ ਕੀਤਾ ਜਾਵੇ, ਬਿਕੋਜ਼ ਜਦ ਦੀ ਆਮ ਆਦਮੀ ਪਾਰਟੀ ਆਈ ਹੈ ਰੇਤੇ ਦਾ ਭਾਅ ਵੀ ਵੱਧ ਗਿਆ, ਇਲੀਗਲ ਮਾਈਨਿੰਗ ਵੀ ਵੱਧ ਗਈ, ਮਾਫੀਆ ਵੀ ਜਿਹੜਾ ਖੁੱਲ ਕੇ ਮੂਹਰੇ ਆ ਰਿਹਾ, ਤੇ ਆਮ ਆਦਮੀ ਪਾਰਟੀ ਕਰ ਹੀ ਕੁਛ ਨਹੀਂ। ਚਲੋ ਖੜਿਆਲ ਸਾਹਿਬ, ਤੁਸੀਂ ਇਹ ਐਡਮਿਟ ਕਰਦੇ ਪਏ ਹੋ ਕਿ ਮਾਫੀਆ ਪਹਿਲਾਂ ਤੋਂ ਸੀ, ਉਹ ਹੁਣ ਖੁੱਲ ਕੇ ਸਾਹਮਣੇ ਆ ਗਿਆ। ਮਾਫੀਆ ਸਾਡੇ ਵਾਲੇ ਕਰਵ ਸੀ, ਕੰਟਰੋਲ ਸੀ, ਤਾਂ ਕਰਕੇ ਰੇਤੇ ਦਾ ਭਾਅ 5.5 ਰੁਪਏ ਸੀਗਾ ਜਦੋਂ ਦੀ ਆਮ ਆਦਮੀ ਪਾਰਟੀ ਆਈ। ਕਿੰਨੇ ਮਹੀਨੇ 5.5 ਰੁਪਏ ਦੇ ਦਾਅਵੇ ਨਾਲ ਤੁਸੀਂ ਰੇਤਾ ਵੇਚਿਆ ਸਰ? ਹਾਂਜੀ, ਕਿੰਨੇ ਮਹੀਨੇ ਤੁਸੀਂ 5.5 ਰੁਪਏ ਦੇ ਦਾਅਵੇ ਨਾਲ ਰੇਤਾ ਵੇਚਿਆ? ਕਿੰਨੇ ਮਹੀਨੇ? ਦੇਖੋ ਕੈਪਟਨ ਸਾਹਿਬ ਦੇ ਜਾਣ ਤੋਂ ਬਾਅਦ ਜਦੋਂ ਚੰਨੀ ਸਾਹਿਬ ਸੀਗੇ 5.5 ਰੁਪਏ ਦੇ ਵਿਕਿਆ। ਉਦੋਂ ਪਹਿਲਾਂ ਕੈਪਟਨ ਸਾਹਿਬ ਸੀਗੇ, ਕੈਪਟਨ ਸਾਹਿਬ ਦਾ ਸਭ ਨੂੰ ਪਤਾ ਕਿ ਬੀਜੇਪੀ ਨਾਲ ਅੱਜ ਹੈਗੇ ਹੈ, ਤੇ ਕੈਪਟਨ ਸਾਹਿਬ ਦੇਰਫੁਲ ਜ਼ਿਆਦਾ ਵਧੀਆ ਜਵਾਬ ਦੇਣਗੇ, ਤੇ ਚੰਨੀ ਸਾਹਿਬ ਮੈਨੂੰ ਲੱਗਦਾ ਇੱਥੇ ਬੈਠੇ ਹੈ, ਇਹ ਜ਼ਿਆਦਾ ਵਧੀਆ ਜਸਟੀਫਾਈ ਕਰ ਸਕਦੇ ਵੀ ਇਲੀਗਲ ਮਾਈਨਿੰਗ ਕਿਉਂ ਨਹੀਂ ਸਰਕਾਰ ਨੇ, ਜਦੋਂ ਅਕਾਲੀ ਦਲ ਨਾਲ ਵੀ ਭਾਈਵਾਲ ਸੀਗੀ, ਕਿਉਂ ਨਹੀਂ ਰੋਕਣ ਦੀ ਕੋਸ਼ਿਸ਼ ਕੀਤੀ। ਠੀਕ ਹੈ, ਕਲੀਅਰ ਸਰ, ਲਾਸਟ ਕਮੈਂਟ ਤੁਹਾਡਾ। ਕੇਪੀ ਜੀ ਦੇਖੋ, ਤੁਸੀਂ ਅੱਜ ਨਾ ਮੈਂ ਕਹਿੰਦਾ ਫੋਨ ਕਾਲਸ ਖੋਲ ਦਿਓ, ਤੁਸੀਂ ਲੋਕਾਂ ਦੇ ਵਿਊ ਲੈ ਲਓ। ਪੰਜਾਬ ਦੇ ਵਿੱਚ 2017 ਦੇ ਵਿੱਚ 10 ਰੁਪਏ ਦੇ ਹਿਸਾਬ ਨਾਲ ਰੇਤਾ ਵਿਕਦਾ ਸੀ, ਉਹ ਤੋਂ ਬਾਅਦ ਉਸ ਰੇਟ ਤੇ ਕਦੇ ਵਾਪਸ ਨਹੀਂ ਆਇਆ। ਕਾਂਗਰਸ ਵੇਲੇ 30-32 ਰੁਪਏ ਵਿਕਿਆ, ਚੰਨੀ ਸਾਹਿਬ ਵੇਲੇ ਵੀ ਉਦਾਂ ਹੀ ਉਹਨਾਂ ਹੀ ਵਿਕਿਆ, ਹੁਣ ਤਾਂ 50 ਟੱਪ ਗਿਆ। ਗੱਲ ਅੱਜ ਦਾ ਵਿਸ਼ਾ ਇਹ ਹੈ ਕਿ ਜੋ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਦੇ 'ਚ ਇੱਕ ਬਹੁਤ ਵੱਡੀ ਗੱਲ ਹੈ ਜੋ ਚੰਨੀ ਸਾਹਿਬ ਨੇ ਵੀ ਪੁਆਇੰਟ ਆਊਟ ਕੀਤਾ, ਉਹ ਇਹ ਹੈ ਕਿ ਤੁਹਾਡੀਆਂ ਸਾਰੀਆਂ ਜਿਹੜੀਆਂ ਖੱਡਾਂ ਨੇ ਉੱਥੇ ਸਟੇ ਚੱਲ ਰਿਹਾ ਹੈ। ਦੇਸ਼ ਦੀ ਜਿਹੜੀ ਫੌਜ ਆ ਉਹ ਤੁਹਾਡੇ ਖਿਲਾਫ ਹੈ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਵੀ ਐਫੀਡੇਵਿਟ ਦਿੱਤਾ ਕਿ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ। ਤਾਂ ਜਿਹੜੀ ਇਹ ਤਾਜੀ ਸਰਕਾਰ ਹੁਣ ਵਪਾਰੀ ਬਣੀ ਹੈ, ਜਿਨ੍ਹਾਂ ਨੇ ਦੁਕਾਨ ਖੋਲੀ ਹੈ, ਤੇ ਅੱਜ ਮੰਤਰੀ ਸਾਹਿਬ ਨੇ ਬਹੁਤ ਵੱਡਾ ਦਾਅਵਾ ਕੀਤਾ ਹੈ ਕਿ 2 ਲੱਖ ਮੈਟ੍ਰਿਕ ਟਨ ਅਸੀਂ ਲਿਆ ਕੇ ਦੇਵਾਂਗੇ। ਉਹ ਲਿਆਉਣਾ ਕਿੱਥੋਂ ਹੈ, ਕਿੰਨੇ ਰੁਪਏ ਤੇ ਵੇਚਣਾ ਹੈ? ਕਿਉਂਕਿ ਵਾਅਦਾ ਤਾਂ 9 ਰੁਪਏ ਦਾ ਸੀ, ਹੁਣ ਫੇਰ ਦੁਬਾਰਾ 40-45 ਰੁਪਏ ਤੇ ਵੇਚ ਕੇ ਜਿਹੜਾ ਆਪਣੇ ਮੰਤਰੀ ਐਮਐਲਏ ਤੇ ਲੀਡਰਾਂ ਦੇ ਘਰ ਭਰਨ ਦੀ ਸਰਕਾਰੀ ਤੌਰ ਤੇ ਤਿਆਰੀ ਹੋ ਰਹੀ ਹੈ, ਇਹਦੀ ਜਵਾਬਦੇਹੀ ਹੁਣ ਖਰੇਵਾਲ ਸਾਹਿਬ ਤੁਹਾਡੀ ਵੱਡੀ ਹੈ, ਕਿਉਂਕਿ ਅੱਜ ਪੰਜਾਬ ਦੇ ਵਿੱਚ ਰੇਤਾ ਹੀਰਿਆਂ ਨਾਲੋਂ ਵੀ ਮਹਿੰਗਾ ਹੋ ਰਿਹਾ ਤੁਹਾਡੇ ਰਾਜ ਦੇ ਵਿੱਚ। ਗਰੇਵਾਲ ਸਾਹਿਬ, ਬੜਾ ਸਿੱਧਾ ਸਵਾਲ ਹੈ ਸਰ, ਬੜਾ ਸੰਖੇਪ ਵਿੱਚ ਜਵਾਬ ਚਾਹੀਦਾ ਹੈ। ਤੁਸੀਂ ਸਰਕਾਰੀ ਕੰਟਰੋਲ ਕਰਕੇ ਆਪਦੀ ਪਾਰਟੀ ਦੇ ਨੁਮਾਇੰਦਿਆਂ ਨੂੰ ਫਾਇਦਾ ਦੇਣ ਜਾ ਰਹੇ ਹੋ, ਤੁਹਾਡੇ ਵਿਰੋਧੀਆਂ ਦਾ ਸਿੱਧਾ ਇਲਜ਼ਾਮ ਹੈ। ਅਸੀਂ ਸਿੱਧੀ ਗੱਲ ਕਹਿੰਦੇ ਆ ਜੀ, ਐਸੀ ਜੇ ਕੋਈ ਫਾਇਦਾ ਲੈ ਗਿਆ, ਸਰਕਾਰ ਜੇ ਵਪਾਰੀ ਬਣੀਆਂ ਪੰਜਾਬ ਦੇ ਲੋਕਾਂ ਲਈ ਬਣੀਆਂ। ਜਦੋਂ ਹੁਕਮਰਾਨ ਬਿਜ਼ਨਸਮੈਨ ਬਣਦਾ ਉਦੋਂ ਸਟੇਟ ਟੁੱਟੀ ਜਾਂਦੀ ਹੈ। ਤੇ ਕਿਹਦੇ ਹੁਕਮਰਾਨ ਬਿਜ਼ਨਸਮੈਨ ਸੀ ਜਿਹੜੇ ਮਾਣ ਨਾਲ ਕਹਿੰਦੇ ਸੀ ਮੈਂ ਤਾਂ ਬਿਜ਼ਨਸਮੈਨ ਆ, ਉਹ ਸਭ ਨੂੰ ਪਤਾ, ਪਹਿਲੀ ਗੱਲ। ਐਂਡ ਦੂਜੀ ਗੱਲ, ਚੈਲੰਜ ਕਰਦੇ ਆ, ਚੈਲੰਜ ਸਾਡੀ ਪਾਰਟੀ ਦਾ ਕੋਈ ਬੰਦਾ ਇਨਵੋਲਵ ਹੋਇਆ, ਰੁਕੋ ਜੀ, ਰੁਕੋ। ਅਸੀਂ ਹੋਟਲ ਨਹੀਂ ਪਾਉਣੇ, ਅਸੀਂ ਟਰਾਂਸਪੋਰਟਾਂ ਨਹੀਂ ਬਣਾਉਣੀਆਂ, ਅਸੀਂ ਤਾਂ ਪੰਜਾਬ ਦੇ ਲੋਕਾਂ ਦਾ ਫਾਇਦਾ ਕਰਨਾ। ਦੂਜੀ ਗੱਲ, ਜੇ ਸਰਕਾਰ ਪ੍ਰੋਫਿਟ 'ਚ ਜਾਂਦੀ ਹੈ ਤਾਂ ਕੀ ਮਾੜੀ ਗੱਲ ਹੈ? ਲੋਕਾਂ ਨੂੰ ਸਸਤਾ ਮਿਲੇ। ਗਰੇਵਾਲ ਸਾਹਿਬ, ਤੁਹਾਡੇ ਕਿਸੇ ਲੀਡਰ ਦੀ ਖੱਟ ਚੱਲਦੀ ਹੈ ਸਰ? ਮਤਲਬ ਹੀ ਨਹੀਂ ਜੀ, ਮਤਲਬ ਹੀ ਨਹੀਂ। ਜੇ ਕੋਈ ਚਲਾਉਣਾ ਦੱਸੋ ਲਿਆਓ, ਦਵਾਂਗੇ ਅੰਦਰ। ਮਿਸਟਰ ਕਲੀਅਰ ਬੋਲੋ। ਉਹ ਕਹਿੰਦੇ ਵਪਾਰੀ ਅਸੀਂ ਲੋਕਾਂ ਲਈ ਬਣੇ ਆ। ਮੈਂ ਤਾਂ ਗਰੇਵਾਲ ਸਾਹਿਬ ਨੂੰ ਕਹਿਣਾ ਕਿ ਜਦੋਂ ਤੁਸੀਂ ਸਰਕਾਰ ਦੇ ਵਿੱਚ ਹੋ ਨਾ, ਫਿਰ ਇਹ ਲਾਂਭੇ ਨਹੀਂ ਦੇਈਦੇ। ਸਰਕਾਰ ਕਾਰਵਾਈ ਕਰਦੀ ਹੈ। ਜੇ ਕਿਸੇ ਨੇ ਕੋਈ ਗਲਤ ਤਰੀਕੇ ਨਾਲ ਕੋਈ ਬਿਜ਼ਨਸ ਕੀਤਾ ਹੈ, 8 ਮਹੀਨੇ ਹੋ ਗਏ, ਪਰਚਾ ਦਿਓ, ਫੜ ਕੇ ਅੰਦਰ ਦਿਓ। ਜਿਹੜੇ ਲਾਂਭੇ ਜਿਹੇ ਦਿੰਦੇ ਹੋ ਨਾ ਸਰਕਾਰ 'ਚ, ਇਹ ਹੁਣ ਲੋਕ ਸਮਝਦੇ ਨੇ ਤੇ ਹੱਸਦੇ ਨੇ ਤੁਹਾਡੀ ਸਰਕਾਰ ਦੇ। ਗਰੇਵਾਲ ਸਾਹਿਬ, ਚੰਨੀ ਸਾਹਿਬ ਦਾ ਨਾਮ ਹੈਗਾ ਵਿੱਚ, ਬਾਦਲ ਸਾਹਿਬ ਦਾ ਨਾਮ ਹੈਗਾ ਵਿੱਚ, ਜਿਹੜੇ ਮਾਈਨਿੰਗ ਮਾਫੀਆ ਤੁਸੀਂ ਕਹਿੰਦੇ ਚਲਾਉਂਦੇ ਰਹੇ ਆ, ਹੈਗਾ ਨਾਮ ਵਿੱਚ ਉਹਨਾਂ ਦਾ? ਸਰ ਜੀ ਮੇਰੀ ਸੁਣੋ ਗੱਲ, ਜਦੋਂ ਆਸ਼ੀਰਵਾਦ ਇਹ ਕੜੀ ਨਾ, ਦਿਸ ਇਜ਼ ਅ ਪੈਕ ਆਫ ਕਾਰਡਸ। ਤੁਸੀਂ ਇੱਕ ਗੱਲ ਦੱਸਿਓ, ਹਾਊਸ ਆਫ ਕਾਰਡਸ ਇੰਨੀ ਛੇਤੀ ਡਿੱਗਣਾ, ਚੋਰ ਮਸੇਰੇ ਭਾਈ ਹੁੰਦੇ ਆ, ਤੇ ਮੁੜ ਕੇ ਚੋਰ ਇੱਕ ਦੂਜੇ ਦੀ ਪੂੰਛ ਵੀ ਬਹੁਤ ਛੇਤੀ ਖਿੱਚਦੇ ਆ। ਫਿਰ ਚੋਰਾਂ ਨੂੰ ਐਕਸਪੋਜ਼ ਕਰੋ ਨਾ ਸਰ, ਗਰੇਵਾਲ ਸਾਹਿਬ, ਚੋਰਾਂ ਨੂੰ ਐਕਸਪੋਜ਼ ਕਰੋ ਨਾ, ਪਰਚੇ 2 ਕਰੋ ਅੰਦਰ ਇਹਨਾਂ ਨੂੰ। ਇਹਨਾਂ ਨੇ ਲੋਕਾਂ ਨੂੰ ਲੁੱਟਿਆ, ਆਮ ਆਦਮੀ ਦੀ ਲੁੱਟ ਹੋਈ ਹੈ। ਜੀ ਤੁਸੀਂ ਵੀ ਇੱਥੇ, ਮੈਂ ਵੀ ਇੱਥੇ, ਤੁਸੀਂ ਦੇਖੀ ਚੱਲਿਓ, ਫਿਰ ਵੰਡੇਟਾ ਨਾ ਬੋਲਣ, ਤੁਸੀਂ ਦੇਖੀ ਚੱਲਿਓ। ਚਲੋ ਠੀਕ ਹੈ, ਬਹੁਤ ਧੰਨਵਾਦ ਬਾਬ ਸਿੰਘ ਗਰੇਵਾਲ ਤੁਹਾਡਾ, ਮਿਸਟਰ ਖੜਿਆਲ ਤੁਹਾਡਾ ਬਹੁਤ ਧੰਨਵਾਦ, ਕਲੇਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਕਿ ਸਰਕਾਰੀ ਰੇਟ ਨਾਲ ਮਾਫੀਆ ਕੰਟਰੋਲ ਹੋਵੇਗਾ, ਸਰਕਾਰ ਦਾਅਵੇ ਕਰਦੀ ਹੈ, ਪਰ ਸਰਕਾਰ ਦੇ ਵਿਰੋਧੀ ਕਹਿੰਦੇ ਆ ਕੁਝ ਕੰਟਰੋਲ ਨਹੀਂ ਹੋਣਾਗਾ। ਹੁਣ ਫੈਸਲਾ ਇਹ ਕਰਨਾ ਹੈ ਕਿ ਆਮ ਆਦਮੀ ਨੂੰ ਰੇਤਾ ਬਜਰੀ ਕੀ ਭਾਅ ਮਿਲੇਗਾ। ਸਾਡਾ ਸਵਾਲ ਇਹੀ ਹੈ, ਨਵੀਂ ਪਾਲਿਸੀ ਆਊਗੀ ਉਹ ਤੱਕ ਇੰਤਜ਼ਾਰ ਕਰੀਏ, ਉਦੋਂ ਰੇਟ ਆ ਜਿਹੜਾ ਘੱਟ ਮਿਲੇਗਾ, ਜਾਂ ਸਰਕਾਰੀ ਵਿਕਰੀ ਕੇਂਦਰ ਦੇ ਨਾਲ ਕੀਮਤਾਂ ਜਿਹੜੀਆਂ ਕੰਟਰੋਲ ਵਿੱਚ ਹੋਣਗੀਆਂ। ਸਾਰੇ ਸਵਾਲ ਤੁਹਾਡੇ ਸਾਹਮਣੇ ਪਏ ਆ। ਬਹੁਤ ਧੰਨਵਾਦ।